ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਹੈਲਥ ਟਾਕ ਅੱਜ ਫਿਰ ਬਾਹਰ ਅਸੀਂ ਸ਼ੂਟ ਕਰਨ ਦੇ ਲਈ ਆਏ ਹੋਏ ਹਾਂ ਔਰ ਅਸੀਂ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਜਿੱਥੇ ਕਿ ਵੈਦਿਕ ਜਗਜੀਤ ਸਿੰਘ ਜੀ ਜਿਹੜੇ ਨੇ ਯਾਨੀ ਕਿ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦੇ MD ਇੱਥੇ ਪਹੁੰਚੇ ਹੋਏ ਨੇ ਔਰ ਇੱਥੇ ਕੈਂਪ ਲੱਗ ਰਿਹਾ। ਔਰ ਇਹ ਕੈਂਪ ਖਾਸ ਤੌਰ ਦੇ ਉੱਤੇ ਕਿਉਂ ਹੈਗਾ ਉਹ ਵੀ ਤੁਹਾਨੂੰ ਦੱਸਾਂਗਾ, ਕਿਉਂਕਿ ਨੌਜਵਾਨਾਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀਗੇ ਕਿ ਪਹਿਲਾਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਸੀਗੀਆਂ ਉਹ ਜ਼ਿਆਦਾਤਰ ਇੱਕ ਉਮਰ ਤੋਂ ਬਾਅਦ ਸ਼ੁਰੂ ਹੁੰਦੀਆਂ ਸੀ, ਪਰ ਅੱਜ ਕੱਲ੍ਹ ਅਸੀਂ ਨੌਜਵਾਨਾਂ ਦੇ ਵਿੱਚ ਵੀ ਕਾਫੀ ਸ਼ਿਕਾਇਤਾਂ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਨੇ ਔਰ ਇਸੇ ਲਈ ਹੁਣ ਨੌਜਵਾਨਾਂ ਦੇ ਵਿੱਚ ਅਵੇਅਰਨੈਸ ਦੇ ਲਈ ਵੀ ਜਿਹੜੇ ਕੈਂਪਸ ਨੇ ਉਹ ਲਗਾਏ ਜਾ ਰਹੇ ਨੇ ਆਯੁਰਵੇਦਾ ਦੇ। ਔਰ ਆਯੁਰਵੇਦਾ ਨੂੰ ਜਦੋਂ ਤੋਂ ਕੋਵਿਡ ਦਾ ਟਾਈਮ ਲੰਘਿਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਨਜ਼ਦੀਕੀ ਤੋਂ ਸਮਝਣ ਲੱਗ ਗਏ ਨੇ ਅਤੇ ਨੌਜਵਾਨ ਪੀੜ੍ਹੀ ਵੀ ਜਿਹੜੀ ਹੈ ਹੁਣ ਆਯੁਰਵੇਦ ਦੇ ਵਿੱਚ ਵਿਸ਼ਵਾਸ ਰੱਖਣ ਲੱਗ ਗਈ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਉਹਨਾਂ ਚੀਜ਼ਾਂ ਦੇ ਵੱਲ ਨੂੰ ਵੱਧ ਰਹੇ ਹਾਂ ਜਿਹੜੀਆਂ ਸਾਡੀ ਸੰਸਕ੍ਰਿਤੀ ਨੇ ਦਿੱਤੀਆਂ ਹੋਈਆਂ ਨੇ, ਜਿਹੜੀ ਕਿ ਭਾਰਤ ਦੀ ਜਿਹੜਾ ਇਤਿਹਾਸ ਹੈਗਾ ਉਸ ਦੇ ਨਾਲ ਜੁੜੀਆਂ ਹੋਈਆਂ ਔਰ ਜਿਹੜੀ ਭਾਰਤ ਦੀ ਅਸਲੀ ਸਾਇੰਸ ਹੈਗੀ ਹੈ ਉਹ ਉਸ ਦੇ ਅਸੀਂ ਨਜ਼ਦੀਕ ਜਾ ਰਹੇ ਹਾਂ। ਸੋ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਆਯੁਰਵੇਦ ਦੇ ਜ਼ਰੀਏ ਨੌਜਵਾਨਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਆਯੁਰਵੇਦ ਕਿਵੇਂ ਦੂਰ ਕਰਦਾ ਹੈ ਔਰ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਿੰਨੀ ਆਕਰਸ਼ਿਤ ਹੋ ਰਹੀ ਹੈ ਆਯੁਰਵੇਦ ਦੇ ਵੱਲ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ। ਸੋ ਪੰਜਾਬ ਯੂਨੀਵਰਸਿਟੀ ਦੇ ਅਸੀਂ ਸਟੂਸੀ ਦੇ ਵਿੱਚ ਪਹੁੰਚ ਗਏ ਯਾਨੀ ਕਿ ਸਟੂਡੈਂਟ ਸੈਂਟਰ ਦੇ ਵਿੱਚ, ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦਾ ਸਟਾਲ ਲੱਗਿਆ ਹੋਇਆ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਆਗਾਜ਼ 2023 ਚੱਲ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹਦੇ ਲਈ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਜਿਹੜੇ ਨੇ ਉਹ ਹੈਲਥ ਪਾਰਟਨਰ ਵੀ ਨੇ ਤੇ ਐਸੋਸੀਏਟ ਸਪਾਂਸਰ ਵੀ ਨੇ। ਸੋ ਆਜੋ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਵੈਦ ਜਗਜੀਤ ਸਿੰਘ ਜੀ ਤੋਂ ਕਿ ਕਿਸ ਤਰੀਕੇ ਦੇ ਨਾਲ ਯੂਥ ਜਿਹੜਾ ਹੈ ਉਹ ਆਯੁਰਵੇਦ ਨੂੰ ਅੰਡਰਸਟੈਂਡ ਕਰ ਰਿਹਾ, ਉਸ ਦੀ ਵੈਲਿਊਜ਼ ਨੂੰ ਅੰਡਰਸਟੈਂਡ ਕਰ ਰਿਹਾ ਹੈ ਔਰ ਨਜ਼ਦੀਕ ਆ ਰਿਹਾ ਆਯੁਰਵੇਦ ਦੇ। ਸਤਿ ਸ਼੍ਰੀ ਅਕਾਲ ਜੀ ਵੈਦ ਜਗਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਤੁਹਾਡਾ ਮੈਮ। ਸੋ ਵਧੀਆ ਇੱਥੇ ਮਾਹੌਲ ਬਣਿਆ ਹੋਇਆ ਸਰ। ਮੈਂ ਤੇ ਬੜਾ ਖੁਸ਼ ਹੋਇਆ ਦੇਖ ਕੇ ਕਿ ਯੂਥ ਵੀ ਜਿਹੜਾ ਹੈਗਾ ਹੁਣ ਅੰਡਰਸਟੈਂਡ ਕਰ ਰਿਹਾ ਕਿ ਆਯੁਰਵੇਦ ਦੀ ਵੈਲਿਊ ਕੀ ਹੈ ਔਰ ਆਯੁਰਵੇਦ ਦੇ ਨਜ਼ਦੀਕ ਆ ਰਿਹਾ। ਸੋ ਪਹਿਲਾਂ ਤਾਂ ਇਹ ਦੱਸੋ ਕਿ ਜੋ ਤੁਹਾਡੇ ਕੋਲੇ ਨੌਜਵਾਨ ਪਹੁੰਚ ਰਹੇ ਨੇ ਉਹਨਾਂ ਨੂੰ ਆਯੁਰਵੇਦ ਦੀ ਕਿੰਨੀ ਨੌਲੇਜ ਪਹਿਲਾਂ ਤੋਂ ਹੈ ਜਾਂ ਕਿੰਨੀ ਤੁਹਾਨੂੰ ਦੇਣੀ ਪੈ ਰਹੀ ਹੈ? ਦੇਖੋ ਸ਼ੇਖਰ ਜੀ, ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਇੱਥੇ ਕਸ਼ਟ ਕੀਤਾ ਹੈਗਾ ਔਰ ਸਾਰੀਆਂ ਐਕਟੀਵਿਟੀ ਨੂੰ ਵਾਚ ਕਰ ਰਹੇ ਹੋ, ਦੇਖ ਰਹੇ ਹੋਗੇ। ਜੋ ਚੀਜ਼ ਆਪਾਂ ਅਕਸਰ ਸਟੂਡੀਓ 'ਚ ਬੈਠ ਕੇ ਗੱਲ ਕਰਦੇ ਹਾਂ ਹਾਂਜੀ, ਉਹ ਤੁਸੀਂ ਇੱਥੇ ਦੇਖੋਗੇ ਵੀ ਅੱਜ ਦਾ ਜਿਹੜਾ ਕੋਈ ਵੀ ਹੈ, ਚਾਹੇ ਯੂਥ ਹੈ ਚਾਹੇ 올ਡ ਮੈਨ ਹੈ, ਉਹ ਆਪਣੀ ਸਿਹਤ ਵਾਸਤੇ ਬਹੁਤ ਕੌਨਸ਼ੀਅਸ ਹੈ ਔਰ ਜਿਹੜੀਆਂ ਟਾਈਮ ਟੂ ਟਾਈਮ ਇਸ ਤਰ੍ਹਾਂ ਦੀਆਂ ਐਲੀਮੈਂਟਸ ਜਾਂ ਇਸ ਤਰ੍ਹਾਂ ਦੀਆਂ ਇਹ ਜਿਵੇਂ ਕਰੋਨਾ ਆਇਆ, ਇਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਨੇ, ਉਹਦੇ ਨਾਲ ਜਿਹੜੇ ਲੋਕਾਂ ਨੂੰ ਹੋਰ ਅਵੇਅਰਨੈਸ ਹੋਈ ਹੈ ਆਪਣੀ ਸਿਹਤ ਬਾਰੇ। ਜੀ ਜੀ। ਸੋ ਇਹਦੇ ਲਈ ਅਸੀਂ ਇੱਕ ਆਯੁਰਵੇਦ ਦਾ ਜਾਂ ਇੱਕ ਸਿਹਤ ਨੂੰ ਕਿਵੇਂ ਸਵਸਥ ਰੱਖਣਾ ਹੈ ਉਹਦਾ ਮੈਸੇਜ ਦੇਣ ਵਾਸਤੇ ਯੂਨੀਵਰਸਿਟੀ ਪਹੁੰਚੇ ਆਂਗੇ। ਸਾਨੂੰ ਬੜਾ ਅੱਛਾ ਲੱਗਿਆ ਕਿ ਇਹਨਾਂ ਨੇ ਸਾਨੂੰ ਇਨਵਾਈਟ ਕਰਿਆ ਔਰ ਸਾਡਾ ਇਹਨਾਂ ਨਾਲ ਅੱਛਾ ਤਾਲਮੇਲ ਬਣਿਆ ਔਰ ਅਸੀਂ 2 ਦਿਨ ਤੋਂ ਹੁਣ ਜਿਹੜਾ ਤੁਹਾਡਾ ਕੁਐਸਚਨ ਆ ਵੀ ਇੱਥੇ ਲੋਕ ਇਹੋ ਜਿਹੇ ਜਾਂ ਕਿੰਨੀ ਕੁ ਨੂੰ ਸਮਝ ਹੈ, ਜਿਹੜੀ ਸਾਡੀ ਡਾਕਟਰ ਦੀ ਟੀਮ ਇੱਥੇ ਬੈਠੀ ਹੈ, ਇਹ ਇਹਨਾਂ ਤੋਂ ਮੈਨੂੰ ਫੀਡਬੈਕ ਮਿਲ ਰਹੀ ਹੈ। ਮੈਂ ਵੀ ਕੱਲ੍ਹ 1 ਘੰਟੇ ਲਈ ਆਇਆ ਸੀ ਕਿ ਇੱਥੇ ਲੋਕਾਂ ਦੀ ਬੜੀਆਂ ਕੁਐਰੀਜ਼ ਨੇਗੀਆਂ ਜੀ। ਲੜਕੀਆਂ ਬੜੀਆਂ ਹੈ ਆਪਦੀ ਹੈਲਥ ਵਾਸਤੇ ਕੌਨਸ਼ੀਅਸ ਨੇ, ਖਾਸ ਤੌਰ 'ਤੇ ਹੇਅਰ ਫਾਲ ਵਾਸਤੇ ਉਹਨਾਂ ਨੂੰ ਕੋਈ ਅੱਛਾ ਤੇਲ ਸ਼ੈਂਪੂ ਨਹੀਂ ਮਿਲਦਾ, ਹਜ਼ਾਰਾਂ ਰੁਪਏ ਖਰਚ ਕਰ ਦਿੰਦੇ ਨੇ, ਟ੍ਰੀਟਮੈਂਟ ਲੈਂਦੇ ਨੇ, ਆਰਟੀਫਿਸ਼ੀਅਲ ਟ੍ਰੀਟਮੈਂਟ ਲੈਂਦੇ ਨੇਗੇ। ਔਰ ਫਿਰ ਉਸ ਤੋਂ ਇਲਾਵਾ ਜਿੰਨੀਆਂ ਵੀ ਸਕਿਨ ਨਾਲ ਰਿਲੇਟਡ ਪ੍ਰੋਬਲਮ ਨੇਗੀਆਂ, ਅਸੀਂ ਬੜੀਆਂ ਅੱਛੀਆਂ ਕਰੀਮਸ ਬਣਾਈਆਂ ਨੇ, ਤੁਸੀਂ ਦੇਖਿਆ ਹੋਣਾ ਸਾਡੀਆਂ ਐਲੋਵੇਰਾ ਜੈਲ ਤੋਂ ਲੈ ਕੇ ਜੀ। ਔਰ ਇਸ ਤਰ੍ਹਾਂ ਨਾ ਜੀ ਲੋਕ ਬੱਚੀਆਂ ਨੂੰ ਅੱਜ ਕੱਲ੍ਹ ਜਿਹੜੀਆਂ 18 ਸਾਲ ਤੇ 25 ਸਾਲ ਦੇ ਵਿਚਕਾਰ ਦੀ ਏਜ ਗਰੁੱਪ ਹੈਗਾ, ਉਹਨਾਂ ਨੂੰ ਪੀਰੀਅਡ ਦੀ ਬੜੀ ਪ੍ਰੋਬਲਮ ਹੈ ਕਿਉਂਕਿ ਖਾਣਾ ਪੀਣਾ ਉਹਨਾਂ ਦਾ ਬੜਾ ਇਸ ਤਰ੍ਹਾਂ ਦਾ ਅਡਲਟਰੇਟ ਹੈ, ਡਿਸਟਰਬ ਹੈ। ਦੇਖੋ ਜੇ ਤੁਸੀਂ ਦੇਖਿਆ ਹੋਵੇਗਾ ਤੁਹਾਡਾ ਵਰਕ ਵੀ ਜ਼ਿਆਦਾ IT ਦੇ ਨਾਲ ਰਿਲੇਟਡ ਹੈਗਾ। ਅੱਜ ਕੱਲ੍ਹ ਬੱਚੇ ਸੋਸ਼ਲ ਮੀਡੀਆ ਨਾਲ ਬਹੁਤ ਜੁੜੇ ਹੋਏ ਨੇ। ਬਹੁਤ ਸਾਰੇ ਸਟੂਡੈਂਟ ਦਾ ਮੈਂ ਦੇਖਿਆ ਕਿ ਜਿਹੜੀ ਸਟੱਡੀ ਹੈ ਉਹ ਔਨਲਾਈਨ ਹੋ ਰਹੀ ਹੈ। ਰਾਈਟ, ਉਹਨਾਂ ਨੂੰ ਕੋਈ ਕਲਾਸਾਂ ਰਾਤ ਨੂੰ ਲਗਾ ਰਿਹਾ ਹੈਗਾ, ਕੋਈ ਸਵੇਰੇ ਅਰਲੀ ਇਨ ਦਾ ਮਾਰਨਿੰਗ ਲਗਾ ਰਿਹਾ ਹੈ। ਉਹਨਾਂ ਦਾ ਖਾਣ ਪੀਣ ਡਿਸਟਰਬ ਹੋ ਰਿਹਾ ਜੀ, ਜਿਹਦੇ ਕਰਕੇ ਉਹਨਾਂ ਦੀ ਬਾਡੀ ਦੀ ਜਿਹੜੀ ਇਮਿਊਨਿਟੀ ਹੈ, ਜਿਹੜੀ ਇੱਕ ਨੇਚਰ ਵੱਲੋਂ ਮਿਲੀ ਹੋਈ ਹੈ ਬਾਡੀ ਦੀ ਇਮਿਊਨਿਟੀ ਹੈ, ਉਹ ਡਿਕਰੀਜ਼ ਹੋ ਰਹੀ ਹੈ, ਉਹ ਘਟ ਰਹੀ ਹੈ। ਰਾਈਟ, ਔਰ ਫਿਰ ਜਿਹੜੀ ਡਾਈਟ ਹੈ ਉਹਦੀ ਅਡਲਟ੍ਰੇਸ਼ਨ ਵੱਧ ਰਹੀ ਹੈ। ਉਹਦੇ ਨਾਲ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਯੰਗ ਬਲੱਡ ਦੀ ਜਿਹੜੀ ਨੈਚੁਰਲ ਗਲੋ ਹੋਣਾ ਚਾਹੀਦਾ ਚਿਹਰੇ ਦੇ ਉੱਪਰ। ਹੁਣ ਦੇਖੋ ਤੁਸੀਂ ਵੀ ਜਿੱਥੇ ਰਾਊਂਡ ਲਗਾਓਗੇ ਤੇ ਜੋ ਇਸ ਸੈਗਮੈਂਟ ਦੇ ਵਿੱਚ ਜਾਂ ਜੇ ਇਸ ਏਜ ਗਰੁੱਪ ਦੇ ਵਿੱਚ ਬੱਚੇ ਦੇ ਚਿਹਰੇ 'ਤੇ ਗਲੋ ਹੋਣਾ ਚਾਹੀਦਾ, ਉਹ ਤੁਸੀਂ ਕਿਤੇ ਨਾ ਕਿਤੇ ਮਿਸ ਦੇਖੋਗੇ। ਉਹ ਤੁਸੀਂ ਨਹੀਂ ਦੇਖੋਗੇ ਕਿ ਹੋਇਆ ਹੈ। ਜੇ ਕੋ ਇੱਥੋਂ ਜਿਹੜੇ ਬੱਚੇ ਜਾਂ ਤੋਂ ਜਦੋਂ ਸੋਸ਼ਲ ਮੀਡੀਆ ਜ਼ਿਆਦਾ ਨਹੀਂ ਆਇਆ ਸੀ, ਉਦੋਂ ਬੱਚਿਆਂ ਕੋਲ ਟਾਈਮ ਹੁੰਦਾ ਸੀਗਾ ਕਸਰਤ ਕਰਨ ਦਾ ਵੀ, ਵਿਆਮ ਕਰਨ ਦਾ ਵੀ ਔਰ ਆਪਣਾ ਟਾਈਮ 'ਤੇ ਖਾਣਾ ਖਾਣ ਦਾ ਵੀ। ਅੱਜ ਤੁਸੀਂ ਦੇਖ ਲਓ
ਚਾਹੇ ਇੱਥੇ ਘੁੰਮ ਰਹੇ ਨੇਗੇ, ਫਿਰ ਵੀ ਸਭ ਦੇ ਫੋਨ ਹੱਥ 'ਚ ਨੇ, ਔਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹ ਆਪਦਾ ਸਕਰੀਨ ਚੈੱਕ ਕਰ ਰਹੇ ਨੇ, ਕਿਉਂਕਿ ਸਿਸਟਮ ਇਹੋ ਜਿਹਾ ਹੋ ਗਿਆ ਨਾ। ਕੋਈ ਮੈਸੇਜ ਇਹ ਨਹੀਂ ਕਿ ਕੋਈ ਆਪਦਾ ਟਾਈਮ ਖਰਾਬ ਨਹੀਂ ਕਰ ਰਹੇ, ਕਿਸੇ ਨੂੰ ਕੋਈ ਜ਼ਰੂਰੀ ਕਲਾਸ ਦਾ ਮੈਸੇਜ ਆਉਣਾ ਹੈ, ਕਿਸੇ ਨੂੰ ਕੋਈ ਆਨਲਾਈਨ ਦਾ ਮੈਸੇਜ ਆਉਣਾ ਹੈ, ਕਿਸੇ ਨੂੰ ਹੋਮਵਰਕ ਫੋਨ ਤੇ ਮਿਲਣਾ ਹੈ। ਇਹ ਜਿਹੜਾ ਫੋਨ ਹੈ ਇਹ ਆਪਣਾ ਇੱਕ ਪਾਰਟ ਬਣ ਗਿਆ ਹੈਗਾ, ਹੋਣਾ ਚਾਹੀਦਾ ਹੈਗਾ। ਪਰ ਆਪਾਂ ਜਦੋਂ ਬੇਸਿਕ ਚੀਜ਼ਾਂ ਨੂੰ ਭੁੱਲ ਰਹੇ ਹਾਂਗੇ, ਕਸਰਤ ਨੂੰ ਭੁੱਲ ਰਹੇ ਹਾਂਗੇ, ਜਾਂ ਆਪਦੇ ਖਾਣ ਪੀਣ ਦੇ ਟਾਈਮ ਨੂੰ ਭੁੱਲ ਰਹੇ ਹਾਂਗੇ, ਤਾਂ ਤੁਸੀਂ ਦੇਖੋਗੇ ਅੱਜ ਕੱਲ੍ਹ ਦੇ ਜਿੰਨੇ ਵੀ ਇਹ ਯੰਗ ਬਲੱਡ ਹੈ, ਯੰਗ ਬਲੱਡ ਵੀ ਹੈ, ਜਾਂ ਜਿਹੜੇ ਥੋੜ੍ਹੇ ਏਜ ਤੋਂ ਸਾਡਾ ਪ੍ਰੌੜ ਅਵਸਥਾ ਜੀ ਕਹਿੰਦੇ ਆ, ਇਹਨਾਂ ਦੀ ਇਸ ਲਈ ਜ਼ਿਆਦਾ ਪ੍ਰੋਬਲਮ ਵੱਧ ਰਹੀਆਂ ਨੇਗੀਆਂ, ਇਸ ਲਈ ਜ਼ਿਆਦਾ ਬਿਮਾਰੀਆਂ ਹੋ ਰਹੀਆਂ ਨੇਗੀਆਂ। ਅੱਜ ਸਟ੍ਰੈਸ ਦੇਖੋ, ਪਹਿਲਾਂ ਇਸ ਏਜ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ, ਕਦੇ ਕੋਈ ਸਟ੍ਰੈਸ ਨਹੀਂ ਸੀ ਹੁੰਦਾ। ਇੱਕ ਪੜ੍ਹਾਈ ਦਾ ਸਟ੍ਰੈਸ ਹੁੰਦਾ ਸੀ, ਐਗਜ਼ਾਮ ਦਾ ਸਟ੍ਰੈਸ ਹੁੰਦਾ ਸੀ, ਉਹ ਵੀ ਮਹੀਨਾ 2 ਮਹੀਨਾ। ਲੇਕਿਨ ਅੱਜ ਤੁਸੀਂ ਦੇਖੋ, ਤੁਹਾਨੂੰ ਕਿਹੜੇ ਪੜ੍ਹੋ ਬੱਚਿਆਂ ਦੇ, ਅੱਜ ਉਹਨਾਂ ਨੂੰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸਟ੍ਰੈਸ ਨੇਗੇ। ਔਰ ਇਹਦੇ 'ਚ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਸ਼ੇਖਰ ਜੀ, ਇੱਕ ਬਹੁਤ ਵੱਡਾ ਰੋਲ ਨਾ ਅੱਜ ਦੀਆਂ ਮੈਡੀਸਨ ਦਾ ਵੀ ਹੈ। ਮੈਂ ਇਸ ਚੀਜ਼ ਨੂੰ ਲੁਕਾਉਣਾ ਨਹੀਂ ਚਾਹੁੰਦਾ। ਅੱਜ ਇੰਨੀਆਂ ਹੈਫਾਜ਼ਟਲੀ ਜਿਹੜਾ ਯੰਗ ਹੈਗਾ ਦਵਾਈਆਂ ਆਪਦੇ ਵੇ ਖਾਈ ਜਾ ਰਿਹਾ, ਸਿਰ ਦਰਦ ਹੋਇਆ ਪੇਨ ਕਿਲਰ ਖਾ ਲੇ, ਪੇਟ ਦਰਦ ਹੋਇਆ ਪੇਨ ਕਿਲਰ ਖਾ ਲਿਆ। ਇਹ ਨਹੀਂ ਦੇਖਣਾ ਵੀ ਇਹ ਜਿਹੜਾ ਪੇਨ ਹੈ ਇਹ ਇੰਡਾਈਜੈਸ਼ਨ ਕਰਕੇ ਹੈ, ਜਾਂ ਜਿਹੜਾ ਇਹ ਸਿਰ ਦਰਦ ਹੋ ਰਿਹਾ ਹਾਈਪਰ ਐਸਿਡਿਟੀ ਕਰਕੇ ਹੈ, ਜਾਂ ਅਸੀਂ ਆਈਸਾਈਟ ਚੈੱਕ ਕਰਵਾ ਲਈਏ। ਜਿਹੜੀ ਅਸੀਂ ਹੈਫਾਜ਼ਟਲੀ ਨਾ ਟੈਂਪਰੇਰੀ ਦਵਾਈਆਂ ਲੈ ਕੇ ਇੰਸਟੈਂਟਲੀ ਠੀਕ ਹੋ ਰਹੇ ਹਾਂਗੇ, ਉਹ ਦਵਾਈਆਂ ਦੇ ਕਰਕੇ ਵੀ ਸਾਡਾ ਜਿਹੜਾ ਬਾਡੀ ਦੀ ਇਮਿਊਨਿਟੀ ਹੈ ਉਹ ਘਟ ਰਹੀ ਹੈ। ਅੱਛਾ, ਮੈਂ ਵੀ ਇੱਕ ਚੀਜ਼ ਦੇਖੀ ਹੈ ਕਿ ਜਦੋਂ ਵੀ ਤੁਸੀਂ ਟ੍ਰੀਟਮੈਂਟ ਦਿੰਦੇ ਹੋ ਕਿਸੇ ਨੂੰ ਜਾਂ ਤੁਸੀਂ ਦੱਸਦੇ ਹੋ, ਤਾਂ ਤੁਸੀਂ ਉਹਦੀ ਨੌਲੇਜ ਵੀ ਦਿੰਦੇ ਹੋ ਸਭ ਨੂੰ, ਕਿਉਂਕਿ ਅਸੀਂ ਨਾਰਮਲੀ ਕਿਤੇ ਵੀ ਜਾ ਕੇ ਦਵਾਈ ਲੈ ਲਈਏ, ਦੂਸਰੀ ਮੈਡੀਸਿਨਸ ਲੈ ਲਈਏ, ਤਾਂ ਸਾਨੂੰ ਸਮਝ ਨਹੀਂ ਹੁੰਦੀ। ਅਸੀਂ ਸਿਰਫ ਉਸ ਦੀ ਦੱਸਦੇ ਹਾਂ ਕਿ ਸਾਨੂੰ ਆਹ ਪ੍ਰੋਬਲਮ ਹੈ, ਸਿੱਧੀ ਮੈਡੀਸਿਨ ਮਿਲ ਜਾਂਦੀ ਹੈ, ਪਤਾ ਚੱਲ ਜਾਂਦਾ ਕਿੰਨੀ ਵਾਰ ਖਾਣੀ ਹੈ। ਪਰ ਉਸ ਦੇ ਨਾਲ ਫਰਕ ਕੀ ਪਏਗਾ ਜਾਂ ਤੁਹਾਨੂੰ ਪ੍ਰੋਬਲਮ ਐਗਜ਼ੈਕਟਲੀ ਹੈ ਕੀ ਹੈ ਉਹ ਨਹੀਂ ਪਤਾ ਲੱਗਦਾ। ਪਰ ਆਯੁਰਵੇਦ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੰਦਾ, ਤਾਂ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਮੇਰੇ ਅੰਦਰ ਕੀ ਪ੍ਰੋਬਲਮ ਹੈ ਤੇ ਕਿਵੇਂ ਠੀਕ ਕਰਨਾ ਹੈ। ਸ਼ੇਖਰ ਜੀ, ਕਈ ਪ੍ਰੋਬਲਮ ਇਸ ਤਰ੍ਹਾਂ ਦੀਆਂ ਨੇ, ਜਿਵੇਂ ਡਾਇਬਟੀਜ਼ ਹੈ, ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਹੈ, ਜੁਆਇੰਟਸ ਪੇਨ ਹੈ, ਬ੍ਰੋਂਕੀਅਲ ਅਸਥਮਾ ਹੈ। ਅਗਰ ਪੇਸ਼ੈਂਟ ਨੂੰ ਇਹਦੇ ਬਾਰੇ ਪੂਰੀ ਨੌਲੇਜ ਹੋ ਜਾਵੇ ਵੀ ਇਹ ਕੀ ਹੈ, ਕਿਵੇਂ ਹੋਈ ਹੈ, ਕਿਵੇਂ ਮੇਰੀ ਬਾਡੀ 'ਤੇ ਅਟੈਕ ਹੋਇਆ ਹੈ, ਅੱਧਾ ਉਹ ਠੀਕ ਹੋ ਜਾਏਗਾ। ਇਸ ਲਈ ਸਾਡਾ ਤਾਂ ਇਹ ਜ਼ਰੂਰੀ ਹੈ, ਸਾਡੇ ਸੈਂਟਰ 'ਤੇ ਦੇਖੋਗੇ ਅਸੀਂ ਪੇਸ਼ੈਂਟ ਨੂੰ ਨਾ ਤਾਂ ਫਾਲਤੂ ਟੈਸਟ ਕਰਵਾਉਣੇ ਆ, ਨਾ ਫਾਲਤੂ ਚਾਹੁੰਦੇ ਕਿ ਉਹਦੇ MRI ਦੀਆਂ ਰੇਜ਼ ਪੈਣ ਬਾਡੀ ਦੇ ਉੱਪਰ। ਅਸੀਂ ਨਾੜੀ ਦੇਖ ਕੇ ਉਹਦਾ DNA, ਉਹਦੀ ਤਸਵੀਰ, ਜਿਹਨੂੰ ਅਸੀਂ ਕਫ ਬਾਤ ਪਿੱਤ ਕਫ ਕਹਿੰਦੇ ਆ, ਉਹ ਦੇਖ ਕੇ ਡਾਇਗਨੋਸ ਕਰਕੇ ਹੀ ਟ੍ਰੀਟਮੈਂਟ ਦਿੰਦੇ ਹਾਂ। ਹੁਣ ਤੁਸੀਂ ਮੈਨੂੰ ਗੱਲ ਦੱਸੋ, ਜੇ ਇੱਕ ਡਾਇਬਟਿਕ ਪੇਸ਼ੈਂਟ ਨੂੰ ਇਹ ਪਤਾ ਲੱਗ ਜਾਏਗਾ ਕਿ ਮੇਰੀ ਪੈਂਕਰੀਅਸ ਦੇ ਸੈੱਲ ਵੀਕ ਹੋ ਗਏ ਨੇ, ਉਹਨੂੰ ਮੈਂ ਸਟਿਮੂਲੇਟ ਕਰਨਾ ਹੈਗਾ, ਸੈਰ ਜ਼ਰੂਰੀ ਹੈ, ਖਾਣਾ ਬਾਰ-ਬਾਰ ਜ਼ਰੂਰੀ ਹੈ, ਤਾਂ ਉਹਦੇ ਨਾਲ ਉਹ ਅੱਧਾ ਠੀਕ ਹੋ ਜਾਏਗਾ। ਨਹੀਂ ਕੀ ਹੁੰਦਾ, ਜ਼ਿਆਦਾਤਰ ਅਸੀਂ ਵੱਧ ਪਰਹੇਜ਼ੀ 'ਚ ਬਿਮਾਰ ਹੁੰਦੇ ਹਾਂ। ਬ੍ਰੋਂਕੀਅਲ ਅਸਥਮੇ ਦੇ ਪੇਸ਼ੈਂਟ ਨੂੰ ਪਤਾ ਲੱਗ ਜਾਏਗਾ ਕਿ ਜੋ ਠੰਡ ਆਈ ਹੈ ਜਾਂ ਇੱਕਦਮ ਮੌਸਮ ਚੇਂਜ ਹੁੰਦਾ ਹੈਗਾ, ਮੈਂ ਰੇਸ਼ੇ ਵਾਲੀ ਚੀਜ਼ਾਂ ਨਹੀਂ ਖਾਣੀਆਂ, ਮੈਂ ਬ੍ਰੋਂਕੋ ਡਾਇਲੇਟਰ ਚੀਜ਼ਾਂ ਹੀ ਜ਼ਿਆਦਾ ਖਾਣੀਆਂ ਨੇਗੀਆਂ, ਤਾਂ ਉਹ ਅੱਧਾ ਤਾਂ ਵੈਸੇ ਹੀ ਠੀਕ ਹੋ ਜਾਏਗਾ। ਜਦੋਂ ਅਸੀਂ ਆਪਦਾ ਖਾਣਾ ਪੀਣਾ ਡਿਸਟਰਬ ਕਰਦੇ ਹਾਂਗੇ, ਇਸ ਲਈ ਸਾਡੇ ਸੈਂਟਰ ਦੀ ਇਹ ਸਪੈਸ਼ਲਿਟੀ ਹੈ ਵੀ ਅਸੀਂ ਪੇਸ਼ੈਂਟ ਨੂੰ ਬਕਾਇਦਾ ਜੋ ਉਹਨੂੰ ਏਲਮੈਂਟ, ਜੋ ਉਹਨੂੰ ਪ੍ਰੋਬਲਮ ਹੈਗੀ ਹੈ, ਅਸੀਂ ਉਹਨੂੰ ਬਕਾਇਦਾ ਉਹਦੀ ਨੌਲੇਜ ਅਪਡੇਟ ਕਰਦੇ ਹਾਂਗੇ। ਔਰ ਫਿਰ ਦੇਖੋ, ਇੱਕ ਇਹ ਵੀ ਇੱਕ ਹਿਊਮਨ ਹੈ, ਹਿਊਮਨ ਬੀਇੰਗ ਕਿ ਤੁਸੀਂ ਜੇ ਪੇਸ਼ੈਂਟ ਦੀ ਗੱਲ ਪੂਰੀ ਸੁਣ ਲਓ ਅਤੇ ਉਹਨੂੰ ਥੋੜ੍ਹਾ ਐਕਸਪਲੇਨ ਕਰ ਦਿਓ। ਹਾਲਾਂਕਿ ਕਈ ਵਾਰ ਬੜਾ ਔਖਾ ਹੁੰਦਾ, ਸਾਡੇ ਕੋਲ ਪੇਸ਼ੈਂਟ ਦਾ ਰਸ਼ ਹੁੰਦਾ ਹੈਗਾ, ਇੱਕ ਪੇਸ਼ੈਂਟ ਨੂੰ ਅਸੀਂ 5-7 ਮਿੰਟ ਤੋਂ ਵੱਧ ਨਹੀਂ ਦੇ ਸਕਦੇ, ਪਰ ਤਾਂ ਹੀ ਅਸੀਂ ਇਹ ਡਾਕਟਰ ਦੀ ਟੀਮ ਰੱਖੀ ਹੋਈ ਹੈ, ਤਾਂ ਹੀ ਅਸੀਂ ਇਹ ਸਾਰੇ ਡਾਕਟਰ ਐਕਸਪਰਟ ਨਾਲ ਰੱਖੇ ਹੋਏ ਨੇਗੇ, ਤਾਂ ਕਿ ਉਹ ਪੇਸ਼ੈਂਟ ਨੂੰ ਪੂਰਾ ਡਾਈਟ ਚਾਰਟ ਤੋਂ ਲੈ ਕੇ ਕੀ ਖਾਣਾ ਹੈ, ਡੋਂਟਸ ਕੀ ਨੇ, ਡੂਜ਼ ਕੀ ਨੇ, ਉਹ ਪ੍ਰੀਕਾਸ਼ਨ ਕੀ ਰੱਖਣੇ ਨੇ, ਉਹ ਸਾਰੇ ਸਮਝਾ ਸਕਣ ਜੀ। ਔਰ ਮੇਰੇ ਖਿਆਲ ਨਾਲ ਮੈਮ ਸਾਰਾ ਕੁਝ ਦੇਖਦੇ ਨੇ। ਮੈਮ ਜੀ ਮੇਰੇ ਸਰਜੀਤ ਕੌਰ ਜੀ ਨੇਗੇ, ਇਹ ਅਸਲੀ ਫੋਰਸ ਮੇਰੇ ਬੇਟੇ ਦੀ, ਮੇਰੀ ਬੇਟੀ ਦੀ, ਮੇਰੀ ਜੇ ਕਹੀਏ ਨਾ ਵੀ ਜਿਹੜੀ ਉਹ ਬਿਗ ਫੋਰਸ ਮੈਡਮ ਨੇਗੇ। ਕਿਉਂ? ਇਹ ਇਕੱਲਾ ਸਾਡਾ ਖਾਣ ਪੀਣ ਦਾ ਧਿਆਨ ਹੀ ਰੱਖਦੇ, ਕਦੋਂ ਕਿਹੜੀ ਮੈਡੀਸਨ ਆ ਗਈ, ਕਿਹੜੀ ਘਟ ਰਹੀ ਹੈ, ਕਿਹੜੀ ਜ਼ਿਆਦਾ, ਸਟਾਕ ਨੂੰ ਚੈੱਕ ਕਰਨਾ, ਔਰ ਕਈ ਵਾਰ ਪੇਸ਼ੈਂਟਸ ਨੂੰ ਪਰਸਨਲ ਟੱਚ ਵੀ ਦੇਣਾ, ਉਹ ਇਹ ਮੈਡਮ ਕਰਦੇ ਨੇਗੇ। ਬੜੀ ਅੱਛੀ ਪ੍ਰਕਿਰਤੀ ਆ, ਔਰ ਹੋਣੀ ਵੀ ਚਾਹੀਦੀ ਹੈ, ਔਰ ਇਹ ਸਮਝ ਲਓ ਵੀ ਸਾਡੀ ਫੋਰਸ ਨੇ ਜੀ। ਸੋ ਮੈਮ, ਤੁਹਾਡਾ ਵੀ ਸਵਾਗਤ ਹੈ। ਔਰ ਕਿਸ ਤਰ੍ਹਾਂ ਦੇ ਜ਼ਿਆਦਾਤਰ ਤੁਸੀਂ ਜਿਹੜੀ ਕੁਐਰੀਜ਼, ਜਿਵੇਂ ਵੈਦ ਜੀ ਨੇ ਦੱਸਿਆ ਕਿ ਬਹੁਤ ਸਾਰੀ ਕੁਐਰੀਜ਼ ਜਿਹੜੀਆਂ ਫੀਮੇਲਸ ਵੱਲੋਂ ਜ਼ਿਆਦਾ ਆ ਰਹੀਆਂ ਨੇ, ਹੋਰ ਕਿੱਦਾਂ ਦੀ ਕੁਐਰੀਜ਼, ਜਾਂ ਕੁਝ ਲੜਕੇ ਵੀ ਆ ਕੇ ਪੁੱਛਦੇ ਨੇ ਕਿ ਉਹਨਾਂ ਨੂੰ ਜੋ ਪ੍ਰੋਬਲਮਸ ਨੇ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਹੇਅਰ ਲਾਸ ਜਿਹੜਾ ਹੈ ਉਹ ਲੜਕਿਆਂ ਦੇ ਵਿੱਚ ਵੀ ਬਹੁਤ ਜਲਦੀ ਸ਼ੁਰੂ ਹੋ ਜਾਂਦਾ। ਬਿਲਕੁਲ ਬਿਲਕੁਲ ਜੀ,
लड़के लड़कियां दोनों ही सेम मतलब पूछते हैं। बाकी ये है कि पीसीओडी और कई चीज़ें ऐसी हैं कि वो आम अजकल हो गई हैं हर स्टूडेंट हर बच्चे ਨੂੰ। तो इस करके लोग सारे तरह के लोग ही आते हैं ਜੀ हाँ जी। ਸੋ ਅਗਰ ਅਸੀਂ ਦੇਖੀਏ ਕਿ ਜਿਵੇਂ ਤੁਸੀਂ ਖਾਣ ਪੀਣ ਦੀ ਗੱਲ ਕਰ ਰਹੇ ਹੋ ਔਰ ਅਸੀਂ ਇਹ ਵੀ ਦੇਖਦੇ ਹਾਂ ਕਿ ਨਸ਼ੇ ਦਾ ਵੀ ਬਹੁਤ ਰੁਝਾਨ ਹੋ ਗਿਆ। ਸੋ ਆਯੁਰਵੇਦ ਇੱਕ ਉਹਦਾ ਵੀ ਇਦਾਂ ਦਾ ਇਲਾਜ ਕਰਦਾ ਹੈ ਜਿਹੜਾ ਕਿ ਵਿਦਆਊਟ ਸਾਈਡ ਇਫੈਕਟ ਹੁੰਦਾ ਹੈ। ਤਾਂ ਕੀ ਤੁਹਾਡੇ ਕੋਲ ਇਦਾਂ ਦੇ ਪੇਸ਼ੈਂਟਸ ਵੀ ਆ ਰਹੇ ਨੇ ਵੈਦ ਸਾਹਿਬ? ਬਹੁਤ ਸਾਰੇ। ਸ਼ੇਖਰ ਜੀ ਤੁਹਾਡਾ ਬੜਾ ਇਹ ਵਾਜਬ ਜਿਹਾ ਸਵਾਲ ਹੈਗਾ। ਅੱਜ ਕੱਲ੍ਹ ਗਵਰਨਰ ਸਾਹਿਬ ਵੀ ਸਟੇਟਮੈਂਟ ਦੇ ਰਹੇ ਸੀ, ਨਸ਼ੇ ਨੂੰ ਜਿੰਨਾ ਆਪਾਂ ਸੋਚ ਰਹੇ ਹਾਂਗੇ ਨਾ ਓਨਾ ਠੀਕ ਨਹੀਂ ਹੋ ਰਿਹਾ ਬਲਕਿ ਵੱਧ ਰਿਹਾ ਹੈਗਾ। ਔਰ ਮੈਂ ਹਮੇਸ਼ਾ ਕਹਿਣਾ ਹੁੰਦਾ ਇਕੱਲੀਆਂ ਸਰਕਾਰਾਂ ਦੀ ਕੋਆਪਰੇਸ਼ਨ ਨਾਲ ਨਹੀਂ, ਇਹ ਆਪਣੇ ਸਾਰੇ ਸਮਾਜ ਨੂੰ ਹੰਭਲਾ ਮਾਰਨਾ ਪਏਗਾ ਕਿਉਂਕਿ ਇਹਦੇ ਵਿੱਚ ਸਾਰਿਆਂ ਦਾ ਹੀ ਆਪਣਾ ਆਪਣਾ ਯੋਗਦਾਨ ਹੈ ਔਰ ਉਹ 'ਚ ਆਯੁਰਵੇਦ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਸਾਡੇ ਕੋਲ ਜਿਹੜੇ ਬੱਚੇ ਨਸ਼ਾ ਕਰਦੇ ਨੇ, ਕਾਫੀ ਦੇਰ ਤੋਂ ਨਸ਼ਾ ਕਰਦੇ ਨੇ, ਕਿਸੇ ਤਰ੍ਹਾਂ ਵੀ ਹੈ, ਉਹਨਾਂ ਦਾ ਇੱਕ ਹੀ ਸਵਾਲ ਹੁੰਦਾ ਹੈ ਵੀ ਜੀ ਅਸੀਂ ਛੱਡਣਾ ਚਾਹੁੰਦੇ ਹਾਂ ਪਰ ਜਦੋਂ ਅਸੀਂ ਛੱਡਦੇ ਹਾਂ ਤਾਂ ਬਾਡੀ ਸਾਥ ਨਹੀਂ ਦਿੰਦੀ। ਤਾਂ ਅਸੀਂ ਉਹਨਾਂ ਨੂੰ ਫਿਰ ਇਹੀ ਗੱਲ ਕਹਿੰਦੇ ਹਾਂ ਵੀ ਉਹਦੀ ਬਾਡੀ ਸਾਥ ਨਹੀਂ ਦਿੰਦੀ, ਤੁਹਾਡੀ ਬਾਡੀ 'ਚ ਕਰੈਮਸ ਪੈਂਦੇ ਨੇ, ਲੂਜ਼ ਮੋਸ਼ਨ ਲੱਗਦੇ ਨੇ, ਜਾਂ ਤੁਹਾਨੂੰ ਬਾਡੀ ਏਕ ਹੁੰਦਾ ਬਹੁਤ ਜ਼ਿਆਦਾ, ਸਿਰ ਦਰਦ ਹੁੰਦਾ ਹੈ, ਇਨਸੋਮਨੀਆ, ਨੀਂਦ, ਉਹ ਅਸੀਂ ਕਵਰ ਕਰਾਂਗੇ। ਤੁਸੀਂ ਆਪਦਾ ਵਿਲ ਪਾਵਰ ਨੂੰ ਸਟਰੋਂਗ ਕਰੋ, ਤੁਸੀਂ ਆਪਦਾ ਇਹ ਤਹੀਆ ਕਰ ਲਓ। ਔਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਸਪਲੀਮੈਂਟ ਜਿਹੜੇ ਆਯੁਰਵੇਦ ਦੇ ਵਿੱਚ ਨਰਵਾਈਨ ਟੋਨਿਕ ਨੇਗੇ, ਮਸਕੂਲਰ ਨੂੰ ਟੋਨ ਅਪ ਕਰਨ ਵਾਲੇ ਜਿਹੜੇ ਸਪਲੀਮੈਂਟਸ ਨੇ, ਅਸੀਂ ਉਹਨਾਂ ਨੂੰ ਉਹਦੇ 'ਤੇ ਲਗਾਉਂਦੇ ਹਾਂ। ਔਰ ਇੱਕ ਨਾ ਬੜੀ ਅੱਛੀ ਆਯੁਰਵੇਦ ਦੀ ਤੁਹਾਨੂੰ ਖੂਬਸੂਰਤੀ ਦੱਸਦਾ ਕਿ ਜਿੰਨੇ ਵੀ ਤੁਸੀਂ ਦੇਖੋਗੇ, ਚਾਹੇ ਉਹ ਗੌਰਮੈਂਟ ਤੋਂ ਅਪਰੂਵਡ ਨਸ਼ਾ ਛਡਾਊ ਕੇਂਦਰ ਨੇਗੇ, ਚਾਹੇ ਕੋਈ, ਉਹਨਾਂ 'ਤੇ ਨਾ ਵਿੱਚ ਕੀ ਹੁੰਦਾ ਹੈਗਾ ਕਿ ਉਹ ਕੋਈ ਨਾ ਕੋਈ ਟਰੰਕਲਾਈਜ਼ਰ ਜਾਂ ਕੋਈ ਇਸ ਤਰ੍ਹਾਂ ਦੀਆਂ ਦਵਾਈਆਂ ਸਬਸਟੀਟਿਊਟ ਵਾਸਤੇ ਦਿੰਦੇ ਨੇ। ਆਯੁਰਵੇਦ ਜਿਹੜਾ ਹੋਏਗਾ ਜਾਂ ਸਾਡੇ ਸੈਂਟਰ 'ਤੇ ਖਾਸ ਤੌਰ 'ਤੇ ਜਿੰਨੇ ਵੀ ਸਪਲੀਮੈਂਟ ਸਬਸਟੀਟਿਊਟ ਨੇਗੇ ਉਹ ਸਾਰੇ ਪਿਓਰ ਮੈਂ ਕਹਾਂਗਾ ਹਰਬਸ ਨੇਗੀਆਂ ਜਿਹੜੀਆਂ ਕਿ ਸਾਡੇ ਮਸਕੂਲਰ ਸਿਸਟਮ ਨੂੰ, ਨਰਵਸ ਸਿਸਟਮ ਨੂੰ ਟੋਨ ਅਪ ਕਰਨ ਵਾਸਤੇ, ਉਹਨੂੰ ਸਟਰੋਂਗ ਕਰਨ ਵਾਸਤੇ ਵਰਕ ਕਰਦੀਆਂ ਨੇਗੀਆਂ। ਹੁਣ ਲੋਕ ਅਫੀਮ ਖਾਂਦੇ ਨੇ, ਉਹਨਾਂ ਦੇ ਸਤੰਭਨ ਪੈਦਾ ਹੋ ਜਾਂਦਾ ਹੈਗਾ, ਉਹਨਾਂ ਨੂੰ ਕਬਜ਼ ਹੋ ਜਾਂਦੀ ਹੈ ਜਾਂ ਅਕਸਰ ਕਬਜ਼ ਰਹਿੰਦੀ ਹੈ, ਫਿਰ ਉਹਦੇ ਨਾਲ ਪਾਈਲਸ ਹੋ ਜਾਂਦੀ ਹੈ, ਬਵਾਸੀਰ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇਲਾਜ ਹੈ ਉਹ ਆਯੁਰਵੇਦ ਦੇ ਵਿੱਚ ਬਹੁਤ ਹੀ ਇਫੈਕਟਿਵ ਹੈਗਾ। ਔਰ ਸਾਡੇ ਕੋਲ ਤਾਂ ਅਸੀਂ ਚੀਜ਼ਾਂ ਕਿਉਂਕਿ ਆਪ ਤਿਆਰ ਕਰਦੇ ਹਾਂ, ਸਾਰੀਆਂ ਗਵਰਨਮੈਂਟ ਵੱਲੋਂ ਅਪਰੂਵਡ ਨੇਗੀਆਂ, ਅਤੇ ਅਸੀਂ ਬੜੇ ਕੌਨਫੀਡੈਂਸ ਨਾਲ ਪ੍ਰੈਕਟਿਸ ਕਰਦੇ ਹਾਂ। ਔਰ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ, ਜਿਹੜਾ ਕੁਆਲੀਫਾਈਡ ਵੈਦ ਹੈ, ਮੇਰੇ ਦੋਨੋਂ ਬੱਚੇ MD ਨੇਗੇ, ਜਿਹੜਾ ਕੁਆਲੀਫਾਈਡ ਵੈਦ ਹੈ ਉਹ ਕਦੇ ਵੀ ਕੋਈ ਜਿਵੇਂ ਨਾ ਇੱਕ ਮਿੱਥ ਹੁੰਦਾ ਹੈਗਾ ਵੀ ਖਾਣੀ ਕੀ ਪਸਮਾ ਕੀ ਪਾ ਕੇ ਆਯੁਰਵੇਦ ਦੇ ਦਿੰਦੇ ਨੇ, ਉਹ ਕਦੇ ਵੀ ਇਸ ਤਰ੍ਹਾਂ ਦੀ ਦਵਾਈ ਨਹੀਂ ਬਲਕਿ ਇਸ ਤਰ੍ਹਾਂ ਦੀ ਦਵਾਈ ਦੇਗਾ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੋਏਗਾ, ਬਲਕਿ ਨਸ਼ਾ ਛੱਡਣ ਵਾਲਾ ਕਾਮਯਾਬ ਜਲਦੀ ਹੋ ਜਾਏਗਾ। ਹੁਣ ਇੱਕ ਸਟੇਜ ਇਹ ਵੀ ਹੁੰਦੀ ਹੈ ਜਿਹੜੇ ਥੋੜ੍ਹਾ ਬਹੁਤ ਨਸ਼ਾ ਕਰਦੇ ਹੁੰਦੇ ਨੇ, ਕਈਆਂ ਨੂੰ ਐਡਿਕਸ਼ਨ ਹੁੰਦੀ ਹੈ ਵੀ ਥੋੜ੍ਹਾ ਕੌਫੀ ਜ਼ਿਆਦਾ ਪੀ ਲਈ ਜਾਂ ਸ਼ਰਾਬ ਪੀ ਲਈ, ਉਹਨਾਂ ਦਾ ਲਿਵਰ ਫੈਟੀ ਹੋ ਜਾਂਦਾ ਹੈਗਾ। ਲਿਵਰ ਵਾਸਤੇ ਡਰੱਗ ਆਫ ਚੋਇਸ ਜਿਹੜੀਆਂ ਆਯੁਰਵੇਦ ਵਿੱਚ ਹਰਬਸ ਨੇਗੀਆਂ, ਉਟਕੀ, ਕਾਲਬੇਗ, ਭੂਮੀ ਆਮਲਾ, ਜਿੰਨੀਆਂ ਵੀ ਹੈਗੀਆਂ ਹਰਬਸ ਨੇਗੀਆਂ ਨਸ਼ਾ ਛਡਾਉਣ ਵਾਸਤੇ, ਉਹ ਇਹਦੇ ਵਿੱਚ ਬਹੁਤ ਇਫੈਕਟਿਵ ਨੇਗੀਆਂ, ਜਿਹੜੀਆਂ ਕਿ ਬਾਡੀ ਦੀ ਨੈਚੁਰਲ ਇਮਿਊਨਿਟੀ ਨੂੰ ਇਨਹਾਂਸ ਵੀ ਕਰਦੀਆਂ ਨੇ ਔਰ ਬੰਦਾ ਜਿਹੜਾ ਹੈ ਉਹ ਨਸ਼ਾ ਵੀ ਛੱਡ ਦਿੰਦਾ ਹੈ। ਇਸ ਤੋਂ ਇਲਾਵਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿਉਂਕਿ ਯੂਥ ਜਿਹੜਾ ਹੈਗਾ ਔਰ ਫੀਮੇਲਸ ਦੇ ਨਾਲ ਅੱਜ ਕੱਲ੍ਹ ਤੇ ਮੇਲਸ ਵੀ ਜਿਹੜੇ ਨੇ ਉਹ ਬਿਊਟੀ ਕੌਨਸ਼ੀਅਸ ਵੀ ਹੋ ਗਏ ਨੇ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਨੈਚੁਰਲ ਗਲੋ ਜਿਹੜਾ ਹੈ ਉਹ ਫੇਸ ਤੋਂ ਜਾਂਦਾ ਜਾ ਰਿਹਾ ਹੈ ਕਿਉਂਕਿ ਸਾਡੀ ਡਾਈਟ ਉਸ ਤਰੀਕੇ ਦੇ ਨਾਲ ਨਹੀਂ ਹੈਗੀ, ਸਾਡੀ ਲਾਈਫ ਸਟਾਈਲ ਚੇਂਜ ਹੋ ਗਿਆ। ਬਟ ਆਯੁਰਵੇਦ ਦੇ ਵਿੱਚ ਕਾਸਮੈਟਿਕ ਪ੍ਰੋਡਕਟਸ ਵੀ ਇੱਦਾਂ ਦੇ ਨੇ ਜਿਹੜੇ ਕਿ ਕਾਫੀ ਜ਼ਿਆਦਾ ਨੈਚੁਰਲ ਹੁੰਦੇ ਨੇ, ਓਬਵੀਅਸਲੀ ਨੈਚੁਰਲ ਹੁੰਦੇ ਨੇ, ਆਯੁਰਵੇਦ ਤਾਂ ਨੈਚੁਰਲ ਹੋਏਗਾ ਅਤੇ ਉਹਦੇ ਸਾਈਡ ਇਫੈਕਟਸ ਵੀ ਨਹੀਂ ਹੁੰਦੇ। ਤਾਂ ਉਸ ਤੋਂ ਇਲਾਵਾ ਜਿਹੜੀ ਦਵਾਈਆਂ ਨੇ ਜਾਂ ਫਿਰ ਡਾਈਟਸ ਨੇ ਉਹ ਵੀ ਇੱਦਾਂ ਦੀਆਂ ਜਿਹੜੀਆਂ ਮਿਲਦੀਆਂ ਜਾਂ ਸਪਲੀਮੈਂਟਸ ਨੇ ਜਿਹੜੇ ਆਯੁਰਵੈਦਿਕ, ਉਹ ਵੀ ਤੁਹਾਨੂੰ ਅੰਦਰੋਂ ਸਟਰੋਂਗ ਕਰਦੇ ਨੇ। ਸੋ ਮੈਂ ਚਾਹਾਂਗਾ ਕਿ ਕੁਝ ਤੁਸੀਂ ਚੀਜ਼ਾਂ ਦਿਖਾਓ ਵੀ ਸਾਡੇ ਦਰਸ਼ਕਾਂ ਨੂੰ ਕਿ ਕੀ ਸਾਡੇ ਕੋਲ ਅਵੇਲੇਬਲ। ਮੈਂ ਹੁਣੇ ਦਿਖਾਵਾਂਗਾ ਜੀ। ਔਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆਯੁਰਵੇਦ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਉਲੇਖ ਹੈ, ਅਗਰ ਵਿਅਕਤੀ ਆਪਣੀ ਏਜ ਮੁਤਾਬਕ, ਰਿਤੂ ਮੁਤਾਬਕ ਠੀਕ ਟਾਈਮ 'ਤੇ ਖਾਣਾ ਖਾਂਦਾ ਰਹੇ, ਨੈਚੁਰਲ ਖਾਣਾ ਖਾਂਦਾ ਰਹੇ, ਉਹਦੇ ਨਾਲ ਉਹ ਆਪਣੀ ਨੈਚੁਰਲ ਇਮਿਊਨਿਟੀ ਨੂੰ, ਆਪਣੇ ਚਿਹਰੇ ਦੇ ਗਲੋ ਨੂੰ ਮੇਨਟੇਨ ਰੱਖ ਸਕਦਾ ਹੈ। ਲੇਕਿਨ ਅੱਜ ਕੱਲ੍ਹ ਦੇ ਜ਼ਮਾਨੇ ਦੇ ਮੁਤਾਬਕ ਉਹਦੇ ਵਾਸਤੇ ਹੁਣ ਜਿਵੇਂ ਮੈਂ ਤੁਹਾਨੂੰ ਦਿਖਾਉਣਾ, ਹਾਂਜੀ, ਪਹਿਲੀ ਗੱਲ ਤਾਂ ਜਿਵੇਂ ਕਰੋਨਾ ਆਇਆ, ਇਹ ਸਾਡੀ ਹਰਬਲ ਟੀ, ਇਹ ਬਹੁਤ ਹੀ ਇਫੈਕਟਿਵ ਰਹੀ ਚੈਸਟ ਦੇ ਵਿੱਚ ਥੋੜ੍ਹੀ ਬਹੁਤ ਬਲਗਮ ਨੂੰ ਠੀਕ ਕਰਨ ਵਾਸਤੇ। ਕਿਸੇ ਨੂੰ ਗਲਾ ਖਰਾਬ ਹੈਗਾ, ਅੱਜ ਵੀ ਇਹਦੇ 'ਚ 18 ਚੀਜ਼ਾਂ ਪਾ ਕੇ ਅਸੀਂ ਆਪ ਬਣਾਈ ਹੋਈ ਹੈ। ਅੱਛਾ। ਔਰ ਨਾ ਕੋਈ ਸ਼ੂਗਰ ਪਾਉਣੀ ਹੈ, ਨਾ ਕੋਈ ਮਿਲਕ ਪਾਉਣਾ ਹੈਗਾ। ਇਹ ਤੁਸੀਂ ਇੱਕ ਕੱਪ ਦੇ ਵਿੱਚ ਅੱਧਾ ਚਮਚ ਪਾ ਕੇ ਇਹਨੂੰ ਬੋਇਲ ਕਰਕੇ ਆਰਾਮ ਨਾਲ ਜਿਹੜਾ ਇਹਦਾ ਯੂਜ਼ ਕਰ ਸਕਦੇ ਹੋ। ਔਰ ਇਹ ਚੈਸਟ ਵਾਸਤੇ, ਕਫ ਵਾਸਤੇ, ਗਲਾ ਖਰਾਬ ਵਾਸਤੇ ਬਹੁਤ ਹੀ ਇਫੈਕਟਿਵ ਹੈ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ। ਹੁਣ ਇਹ ਜਿਵੇਂ ਐਲੋਵੀਰਾ ਜੈਲ ਹੈ,
ਇਹ ਆਪਣੀ ਹੈ ਸਨਸਕਰੀਨ। ਇਹ ਜਿਵੇਂ ਹੁਣ ਅੱਜ ਕੱਲ੍ਹ ਧੁੱਪ ਵਗੈਰਾ ਤੇ ਕਈਆਂ ਦੇ ਸਕਿਨ ਦੇ ਉੱਪਰ ਰੈਸ਼ਿਸ ਹੋ ਜਾਂਦੇ ਨੇਗੇ, ਰੈੱਡ ਹੋ ਜਾਂਦੀ ਹੈ, ਉਹਦੇ ਵਾਸਤੇ ਹੁਣ ਇਹ 'ਚ ਸਿਰਫ ਐਲੋਵੀਰਾ, ਰੋਜ਼, ਹਾਂ ਗੁਲਾਬ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਹੀ ਇਫੈਕਟਿਵ ਨੇਗੀਆਂ, ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਹੁਣ ਇਹ ਜਿਵੇਂ ਤੁਸੀਂ ਦੇਖਿਆ ਸਾਡਾ ਜਿਹੜਾ ਹੈ ਇਹ ਬੋਡੀ ਵਾਸ਼, ਇਹ ਅਸੀਂ 3-4 ਤਰ੍ਹਾਂ ਦਾ ਬਣਾਇਆ ਹੈਗਾ, ਬਹੁਤ ਇਫੈਕਟਿਵ ਹੈਗਾ ਔਰ ਬਹੁਤ ਅਸੀਂ ਇਹਨਾਂ ਦੇ ਰੇਟ ਬੜੇ ਰੀਜ਼ਨੇਬਲ ਰੱਖੇ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂਗੇ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਵੀ ਹੋਵੇ। ਹੁਣ ਇਹਦੇ ਕੰਪੈਰੀਟਿਵਲੀ ਤੁਸੀਂ ਦੇਖੋਗੇ ਏਅਰਪੋਰਟਾਂ ਦੇ ਜਾਂ ਵੱਡੇ ਵੱਡੇ ਮਾਲਾਂ ਵਿੱਚ ਬੜੇ ਮਹਿੰਗੇ ਤੁਹਾਨੂੰ ਬੋਡੀ ਵਾਸ਼ ਮਿਲਣਗੇ, ਅਸੀਂ ਇਹਦਾ ਬਹੁਤ ਨੋਮੀਨਲ ਰੇਟ ਰੱਖਿਆ ਹੋਇਆ ਹੈਗਾ। ਔਰ ਇਹ ਦੇਖੋ ਜਿਹੜਾ ਸ਼ੈਂਪੂ ਹੈਗਾ ਇਹ ਇੰਨੀ ਇਫੈਕਟਿਵ ਹੈ, ਮੈਂ ਇਹ ਕਹਿ ਸਕਦਾ ਵੀ 100% ਰਿਜ਼ਲਟ। ਜਿਹਨਾਂ ਦੇ ਹੇਅਰ ਫਾਲ ਹੋ ਰਿਹਾ ਜਾਂ ਸਕਿਨ ਡਿਜ਼ੀਜ਼ ਹੋਈ ਹੈ ਜਾਂ ਮੰਨ ਲਓ ਕੋਈ ਹੋਰ ਪ੍ਰੋਬਲਮ ਇਹੀ ਜਿਹੀ ਹੋਈ ਹੈ, ਉਹਦੇ ਵਾਸਤੇ ਜਿਹੜਾ ਹੈ ਉਹ ਬਹੁਤ ਹੀ ਇਫੈਕਟਿਵ ਹੈਗਾ ਇਹ, ਕਿ ਕੋਈ ਹੇਅਰ ਫਾਲ ਤੋਂ ਇਲਾਵਾ ਹੇਅਰ ਫੋਲੀਕਲਸ ਨੂੰ ਸਟਰੋਂਗ ਕਰਨ ਵਾਸਤੇ ਬਹੁਤ ਇਫੈਕਟਿਵ ਹੈਗਾ। ਅੱਛਾ, ਇਹ ਹੇਅਰ ਫਾਲ ਰੋਕ ਵੀ ਦਿੰਦਾ? ਹਾਂਜੀ ਹਾਂ, ਬਹੁਤ ਹੀ ਇਫੈਕਟਿਵ ਹੈਗਾ। ਇਹ ਸਾਡਾ ਹੇਅਰ ਇਸ ਤਰ੍ਹਾਂ ਆਇਲ ਹੈਗਾ, ਹਾਂਜੀ ਹੇਅਰ ਲਿਪ ਆਇਲ ਦਾ ਸੀ। ਇਹ ਸਾਡਾ ਕੰਬੀਨੇਸ਼ਨ ਆ ਬੜਾ ਅੱਛਾ ਜੀ, ਮਤਲਬ ਕਿ ਥੋੜੀ ਬਹੁਤ ਸੋਰਾਈਸਿਸ ਹੋਵੇ ਜਾਂ ਐਲੋਪੇਸ਼ੀਆ ਹੋਵੇ ਉਹਦੇ ਵਾਸਤੇ ਸਾਡੇ ਬਹੁਤ ਇਫੈਕਟਿਵ ਨੇ ਜੀ। ਬਾਕੀ ਵੀ ਜਿੰਨੀਆਂ ਸਾਡੀਆਂ ਮੈਡੀਸਿਨ ਨੇ ਨਾ ਤੁਸੀਂ ਦੇਖੋਗੇ ਇਹ ਪੂਰਨ ਪਾਚਕ ਹੈ। ਇਹ ਹੁਣ ਜ਼ਿਆਦਾਤਰ ਲੋਕਾਂ ਨੂੰ ਇਨਡਾਈਜੈਸ਼ਨ ਕਰਕੇ ਪ੍ਰੋਬਲਮ ਹੁੰਦੀ ਹੈ, ਇਹ ਡਾਈਜੈਸਟਿਵ ਵਾਸਤੇ ਬਹੁਤ ਹੀ ਇਫੈਕਟਿਵ ਸਾਡਾ ਪਾਊਡਰ ਹੈਗਾ। ਇੱਕ ਚਮਚ ਡੋਜ਼ ਵੀ ਸਿੰਪਲ ਹੈ, ਇੱਕ ਚਮਚ ਸਵੇਰੇ, ਇੱਕ ਚਮਚ ਸ਼ਾਮ ਨੂੰ। ਤੋ ਇਹ ਅਸੀਂ ਇਸ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਨੇਗੀਆਂ ਸਭ ਸਾਰੇ। ਅੱਛੀ ਗੱਲ ਇਹ ਹੈ, ਮੈਂ ਹਮੇਸ਼ਾ ਇਹ ਚੀਜ਼ ਦੇਖਦਾ ਜਿਵੇਂ ਕਿ 1 ਮਿੰਟ ਮੈਨੂੰ ਵੀ ਦਿਖਾਓ, ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ। ਇਹਦਾ ਨਾਮ ਪੂਰਨ ਪਾਚਕ ਰੱਖਿਆ ਗਿਆ ਹੈ ਨਾ, ਸੋ ਸਮਝਣਾ ਬਹੁਤ ਆਸਾਨ ਹੈ ਕਿ ਇਹ ਪਾਚਨ ਸ਼ਕਤੀ ਦੇ ਲਈ ਹੈ। ਇੱਦਾਂ ਹੀ ਤੁਸੀਂ ਹੋਰ ਵੀ ਜਿਹੜੀ ਮੈਡੀਸਿਨਸ ਨੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਉਸ ਪ੍ਰੋਬਲਮ ਦੇ ਨਾਲ ਰਿਲੇਟਡ ਰੱਖਦੇ ਹੋ। ਦੇਖੋ ਸ਼ੀਤ ਧਾਰਾ ਹੈ, ਇਹ ਐਂਟਾਸਿਡ ਹੈ, ਇਹਦੇ ਵਰਗਾ ਐਂਟਾਸਿਡ ਮੈਂ ਨਹੀਂ ਕੋਈ ਦੇਖਿਆ। ਮਤਲਬ ਕਿ ਕਹਿੰਦੇ ਆਯੁਰਵੇਦ ਮੈਡੀਸਨ ਜੀ ਲੇਟ ਇਫੈਕਟ ਕਰਦੀ ਹੈ, 5 ਮਿੰਟ ਦੇ ਵਿੱਚ ਇਹਦਾ ਰਿਜ਼ਲਟ ਮਿਲੇਗਾ। ਅੱਛਾ। ਔਰ ਤੁਸੀਂ ਇੱਕ ਵਾਰ ਲੈ ਕੇ ਜਿੰਨੀ ਮਰਜ਼ੀ ਇੰਡਾਈਜੈਸ਼ਨ, ਐਸਿਡਿਟੀ, ਹਾਈਪਰ ਐਸਿਡਿਟੀ ਹੋਈ ਹੋਵੇ, ਬਹੁਤ ਸਾਡਾ ਇਫੈਕਟਿਵ। ਔਰ ਪਤਾ ਨਹੀਂ ਕਿੰਨਾ ਸਾਡਾ ਇਹ ਮਹੀਨੇ ਵਿੱਚ ਜਿਹੜਾ ਉਹ ਸੇਲ ਹੁੰਦਾ ਹੈਗਾ। ਔਰ ਬਾਕੀ ਵੀ ਜਿਵੇਂ ਹੁਣ ਜਿਵੇਂ ਸਾਡੀਆਂ ਇਹ ਮੈਡੀਸਨ ਨੇਗੀਆਂ, ਇਹ ਸਟ੍ਰੈਸ ਕੇਅਰ ਹੈ। ਹੁਣ ਲੋਕਾਂ ਨੂੰ ਕਿਹਨੂੰ ਦੱਸੋ ਅੱਜ ਕੱਲ੍ਹ ਸਟ੍ਰੈਸ ਨਹੀਂ ਹੈ, ਐਂਗਜ਼ਾਈਟੀ ਨਹੀਂ ਹੈ। ਅੱਛਾ, ਇਹ 'ਚ ਹੈ ਕੀ ਸਿੰਪਲ ਬ੍ਰਹਮੀ, ਅਸਗੰਧ, ਤਗਰ, ਸਰਪਗੰਧਾ, ਬਲੱਡ ਪ੍ਰੈਸ਼ਰ ਨੂੰ ਵੀ ਇਹ ਸਟੇਬਲ ਰੱਖੇਗੀ ਔਰ ਸਟ੍ਰੈਸ ਨੂੰ ਵੀ ਇਹ ਰਿਲੀਜ਼ ਕਰਦੀ ਹੈ। ਔਰ ਇਹ 'ਚ ਕੋਈ ਟਰੰਕਲਾਈਜ਼ਰ ਨਹੀਂ, ਕੋਈ ਇਹ 'ਚ ਨੀਂਦ ਦੀ ਦਵਾਈ ਨਹੀਂ ਹੈ। ਇਹ ਬੜਾ ਇਫੈਕਟਿਵ ਹੈਗਾ ਸਾਡਾ। ਹੁਣ ਇਹ ਫੈਮਾਈਨ ਕੇਅਰ ਹੈ, ਲੜਕੀਆਂ ਨੂੰ ਬਿਸਮਿਨੋਰੀਆ ਜਾਂ ਸਾਈਕਲ ਪ੍ਰੋਪਰ ਨਹੀਂ ਆਉਂਦੇ, ਉਹਦੇ ਵਾਸਤੇ ਬਹੁਤ ਹੀ ਇਫੈਕਟਿਵ ਹੈ। ਔਰ ਸਿੰਪਲ ਡੋਜ਼ ਵੀ ਸਿੰਪਲ ਹੈ ਔਰ ਰਿਜ਼ਲਟ ਵੀ ਬਹੁਤ ਜਲਦੀ ਮਿਲਦਾ ਹੈ। ਸੋ ਸਾਰੀ ਡੋਜ਼ ਵੀ ਜਿਹੜੀਆਂ ਨੇ ਉੱਪਰ ਸਾਰੀ, ਹਾਂ ਅਸੀਂ ਲਿਖੀ ਹੋਈਆਂ ਨੇ, ਸਾਰੀ ਉੱਪਰ ਹੀ ਡੋਜ਼ ਲਿਖੀ ਹੁੰਦੀ ਹੈ। ਸੋ ਇਟ ਵਿਲ ਬੀ ਈਜ਼ੀ, ਤੁਹਾਨੂੰ ਇਦਾਂ ਨਹੀਂ ਹੈ ਕਿ ਜੇ ਤੁਸੀਂ ਭੁੱਲ ਵੀ ਗਏ ਤਾਂ ਈਜ਼ੀ ਹੈ ਕਿ ਉੱਪਰ ਹੀ ਲਿਖਿਆ ਹੋਇਆ। ਹਾਂਜੀ। ਹੁਣ ਇਹ ਲੀਕੋ ਕੇਅਰ ਹੈ, ਦੇਖੋ ਮੈਂ ਤੁਹਾਨੂੰ ਇਹਦੀ ਖਾਸੀਅਤ ਦੱਸਣਾ ਚਾਹੁੰਦਾ। ਹਾਂਜੀ। ਇਹ ਲੜਕੀਆਂ ਨੂੰ, ਲੇਡੀਜ਼ ਨੂੰ ਲਿਕੋਰੀਆ ਹੋ ਜਾਂਦਾ ਹੈ, ਜਿਹਨੂੰ ਵਾਈਟ ਡਿਸਚਾਰਜ ਕਹਿੰਦੇ ਆ। ਮੈਂ ਆਪਣੀ ਇੰਨੇ ਸਾਲਾਂ ਦੀ ਪ੍ਰੈਕਟਿਸ ਦੇ ਵਿੱਚ ਮੈਂ ਨਹੀਂ ਦੇਖਿਆ ਵੀ ਕੋਈ ਐਲੋਪੈਥੀ ਜਿਹਦਾ ਕੋਈ ਇਲਾਜ, ਸਪੈਸੀਫਿਕ ਇਲਾਜ ਹੋਵੇ। ਔਰ ਮੇਰਾ ਇਹ ਦਾਅਵਾ ਕਿ ਇਹਦਾ 100% ਰਿਜ਼ਲਟ ਹੈ। ਇੱਕ ਸਵੇਰੇ ਇੱਕ ਸ਼ਾਮ ਖਾਣ 15 ਦਿਨ ਦੇ ਵਿੱਚ 50% ਤੋਂ ਜ਼ਿਆਦਾ ਔਰ ਮਹੀਨੇ 'ਚ ਲਿਕੋਰੀਆ ਠੀਕ ਹੋ ਜਾਂਦਾ, ਕਿਉਂਕਿ ਇਹ ਸਾਇੰਟੀਫਿਕ ਸਾਇੰਸ ਹੈ। ਇਹਨੂੰ ਪਤਾ ਹੈ ਵੀ ਜਿਹੜੇ ਇਹ ਸੈਂਸਿਟਿਵ ਮੈਂਬਰਨ ਹੈ, ਉਹ ਜਿਹੜੀ ਐਲਰਜੀ ਹੋ ਜਾਂਦੀ ਹੈ ਜਾਂ ਜਿਹੜੀ ਉੱਥੇ ਇਨਫੈਕਸ਼ਨ ਹੋ ਜਾਂਦੀ ਹੈ ਬਾਅਦ ਵਿੱਚ ਜਾ ਕੇ, ਉਹਨੂੰ ਇਹ ਜਿਹੜੀਆਂ ਇਹਦੇ 'ਚ ਇਨਗਰੀਡੀਅੰਟਸ ਨੇਗੇ ਬਹੁਤ ਜਲਦੀ ਕੈਪਚਰ ਕਰ ਲੈਂਦੇ ਜੀ। ਸਰ ਕਿ ਸਾਡੇ ਇੱਥੇ ਅਸੀਂ ਬਹੁਤ ਘੱਟ ਹੋ ਰੱਖੀਆਂ ਨੇਗੀਆਂ। ਇਹ ਸਾਰੀਆਂ ਸਾਡੀਆਂ ਬਹੁਤ ਹੀ, ਜਿੰਨੀਆਂ ਸਾਡੀਆਂ ਦੇਖੋ, ਸਾਡਾ ਤੁਸੀਂ ਐਮਾਜ਼ੋਨ 'ਤੇ ਜਾ ਕੇ ਦੇਖੋ, ਘੱਟੋ ਘੱਟ 350 ਸਾਡਾ ਜਿਹੜਾ ਹੈ ਉਹ ਉੱਥੇ ਪ੍ਰੋਡਕਟ ਪਿਆ ਹੈਗਾ। ਤੁਸੀਂ ਐਮਾਜ਼ੋਨ 'ਤੇ ਕਿਤੇ ਵੀ ਦੁਨੀਆ 'ਚ ਬੈਠੇ ਹੋਗੇ, ਫਲਿੱਪਕਾਰਟ 'ਤੇ, ਐਮਾਜ਼ੋਨ 'ਤੇ, ਟਾਟਾ MG 'ਤੇ, 1MG 'ਤੇ, ਕਿਤੇ ਬੈਠ ਕੇ ਤੁਸੀਂ ਆਰਡਰ ਕਰ ਸਕਦੇ ਹੋਗੇ। ਔਰ ਟਾਈਮ ਟੂ ਟਾਈਮ ਸਾਡੇ ਰਿਬੇਟ ਵੀ ਆਉਂਦੇ ਰਹਿੰਦੇ ਨੇ, ਡਿਸਕਾਊਂਟ ਵੀ ਆਉਂਦੇ ਰਹਿੰਦੇ ਨੇ, ਕਿ ਜਿਵੇਂ ਲੋਕਾਂ ਦੀ ਡਿਮਾਂਡ ਹੁੰਦੀ ਹੈਗੀ। ਮਤਲਬ ਕਿ ਜਿੰਨੀਆਂ ਸਾਡੀਆਂ ਮੈਡੀਸਨ ਨੇਗੀਆਂ, ਇਹ ਅਸੀਂ ਸਾਰੇ ਲਾਇਸੈਂਸ ਲਏ ਹੋਏ ਨੇਗੇ, ਬਾਹਰ ਵਿੱਚ ਕਿਵੇਂ ਭੇਜਣੇ ਨੇਗੇ, ਕਸਟਮਰ 'ਤੇ ਕੋਈ ਪ੍ਰੋਬਲਮ ਨਾ ਆਵੇ, ਇਹ ਸਾਰਾ ਜਿਹੜਾ। ਔਰ ਸਾਡਾ ਮਕਸਦ ਇਹੀ ਹੈ ਲੋਕਾਂ ਦੇ ਵਿੱਚ ਜਿੰਨੀ ਅਵੇਅਰ ਕਰ ਸਕੀਏ ਵੀ ਆਯੁਰਵੇਦ ਸਾਇੰਟੀਫਿਕ ਸਾਇੰਸ ਹੈ। ਇਹ ਆਪਦੇ ਨਜ਼ਰੀਏ ਨੂੰ ਜਿਹੜਾ ਟਾਈਮ ਟੂ ਟਾਈਮ ਸਰਕਾਰਾਂ ਨੇ ਜਾਂ ਸਾਡੇ ਅੰਗਰੇਜ਼ਾਂ ਟਾਈਮ 'ਤੇ ਜਾਂ ਬਹੁਤ ਇਸ ਤਰ੍ਹਾਂ ਦੇ ਮਿਥ ਜਿਹੜੇ ਪ੍ਰਚਾਰ ਹੋਏ ਨੇਗੇ, ਸਾਡੇ ਲਿਟਰੇਚਰ ਨੂੰ ਖਤਮ ਕਰਿਆ ਗਿਆ ਹੈਗਾ, ਉਹ ਲੋਕਾਂ ਨੂੰ ਦੁਬਾਰਾ ਦੱਸੀਏ ਵੀ ਆਯੁਰਵੇਦ ਹੈ ਉੱਚਤੇ। ਇਹ ਸਾਡੀ ਬਾਡੀ ਦੇ ਫਰੈਂਡਲੀ ਅਗਰ ਕੋਈ ਸਾਇੰਸ ਹੈ ਨਾ, ਉਹ ਸਿਰਫ ਆਯੁਰਵੇਦ। ਕੀ ਬਾਤ ਹੈ। ਔਰ ਪਹਿਲਾਂ ਇਦਾਂ ਹੁੰਦਾ ਸੀਗਾ ਕਿ ਲੋਕ ਨਾ 올ਡ ਫੈਸ਼ਨ ਸਮਝਦੇ ਹੁੰਦੇ ਸੀਗੇ ਆਯੁਰਵੇਦ ਨੂੰ, ਪਰ ਜਿਵੇਂ ਕਿ ਅਸੀਂ ਕੋਵਿਡ ਦੀ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਕੋਵਿਡ ਤੋਂ ਬਾਅਦ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਨਹੀਂ, ਇਹ ਅੱਜ ਵੀ ਸਾਨੂੰ ਜ਼ਰੂਰਤ ਹੈ, ਚਾਹੇ ਅਸੀਂ ਜਵਾਨ ਵੀ ਹੈ, ਕਿਉਂਕਿ ਕੋਵਿਡ ਇੱਦਾਂ ਦਾ ਦੌਰ ਆਇਆ ਸੀ ਕੋਵਿਡ ਦਾ ਕਿ ਉਸ ਦੇ ਵਿੱਚ ਜਵਾਨ, ਬੁੱਢੇ, ਸਭ ਨੂੰ
ਜਿਹੜਾ ਉਸਨੇ ਆਪਣੇ ਚਪੇਟ ਦੇ ਵਿੱਚ ਲਿਆ, ਔਰ ਉਦੋਂ ਜਵਾਨਾਂ ਨੇ ਵੀ ਬਹੁਤ ਨੇ ਆਰਗੈਨਿਕ ਚੀਜ਼ਾਂ ਤੇ ਆਯੁਰਵੇਦ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਯੂਥ ਹਜੇ ਵੀ ਨਹੀਂ ਸਮਝਦਾ ਇਸ ਚੀਜ਼ ਨੂੰ ਕਿ ਹਾਂ ਅਸੀਂ ਜਵਾਨ ਹੈ ਤਾਂ ਸਾਨੂੰ ਅੱਜ ਵੀ ਜ਼ਰੂਰਤ ਹੈ, ਉਹਨਾਂ ਦੇ ਲਈ ਕੀ ਕਹਿਣਾ ਚਾਹੋ? ਜਦੋਂ ਕਿਸੇ ਚੀਜ਼ ਦੀ ਨੀਡ ਹੁੰਦੀ ਹੈ ਨਾ ਜੀ, ਤਾਂ ਉਹ ਆਪਣੇ ਆਪ ਉਸ ਵੱਲ ਨੂੰ ਅਟਰੈਕਟ ਹੁੰਦਾ ਹੈਗਾ। ਕੱਲ ਬਜਟ ਪੇਸ਼ ਹੋਇਆ ਹੈਗਾ, ਤੁਸੀਂ ਉਹਦੇ ਵਿੱਚ ਵੀ ਦੇਖੋ ਕਿ ਉਹਨਾਂ ਨੇ ਆਯੂਸ਼ ਦਾ ਆਲਮੋਸਟ ਡਬਲ ਬਜਟ ਕਰ ਦਿੱਤਾ ਹੈਗਾ, ਔਰ ਉਹਨਾਂ ਨੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਵਾਸਤੇ ਅਟਰੈਕਟ ਕਰਨ ਵਾਸਤੇ ਬਹੁਤ ਸਾਰੀਆਂ ਫੈਸਿਲਿਟੀ ਦਿੱਤੀਆਂ। ਕਿਉਂ ਹੋ ਰਿਹਾ? ਜੇ ਇਹ ਲੋਕਾਂ ਨੂੰ ਡਿਮਾਂਡ ਵਧੀ ਹੈ, ਲੋਕਾਂ ਨੂੰ ਇਹ ਪਤਾ ਲੱਗੇ ਕਿ ਬਿਨਾਂ ਕਿਸੇ ਸਾਈਡ ਇਫੈਕਟ ਤੇ ਜਿਹੜੀਆਂ ਆਯੁਰਵੈਦ ਮੈਡੀਸਿਨਸ ਨੇਗੀਆਂ, ਜਾਂ ਜਿਹੜਾ ਸਾਨੂੰ ਮਿਲਕ ਪਿਓਰ ਨਹੀਂ ਮਿਲ ਰਿਹਾ, ਜਾਂ ਜਿਹੜਾ ਸਾਨੂੰ ਘੀ ਪਿਓਰ ਨਹੀਂ ਮਿਲ ਰਿਹਾ, ਅਸੀਂ ਉਸ ਨੂੰ ਜੇ ਅਡੋਪਟ ਕਰਾਂਗੇ, ਪਿਓਰ ਉਗਾਵਾਂਗੇ, ਪਿਓਰ ਲੋਕਾਂ ਨੂੰ ਡਿਸਟ੍ਰੀਬਿਊਟ ਕਰਾਂਗੇ, ਉਹਦੇ ਨਾਲ ਅਸੀਂ ਜ਼ਿਆਦਾ ਸਵਸਥ ਰਹਿ ਸਕਦੇ ਹਾਂ। ਇਹ ਤਾਂ ਹੀ ਹੋ ਰਿਹਾ ਹੈਗਾ। ਇਹਨਾਂ ਨੂੰ ਹੋਰ ਸਮਝਣਾ ਪਏਗਾ। ਔਰ ਮੈਂ ਆਯੁਰਵੈਦਿਸਟ ਲੋਕਾਂ ਨੂੰ ਕਹਾਂਗਾ, ਆਯੁਰਵੇਦ ਪੜ੍ਹਾਉਣ ਵਾਲੇ, ਆਯੁਰਵੇਦ ਦਾ ਪ੍ਰਚਾਰ ਕਰਨ ਵਾਲੇ, ਆਯੁਰਵੇਦ ਦੀ ਮੈਡੀਸਨ ਦੇਣ ਵਾਲਿਆਂ ਨੂੰ ਕਹਾਂਗਾ ਵੀ ਆਪਦੀ ਸਮਰੱਥਾ ਨੂੰ ਹੋਰ ਵਧਾਓ, ਲੋਕਾਂ ਦੇ ਘਰ ਘਰ ਤੱਕ ਪਹੁੰਚਾਓ। ਆਯੁਰਵੇਦ ਨੂੰ ਜਿੰਨਾ ਆਪਾਂ ਘਰ ਘਰ ਤੱਕ ਪਹੁੰਚਾਵਾਂਗੇ, ਲੋਕਾਂ ਨੂੰ ਇਹਦੇ ਰਿਜ਼ਲਟ ਦੱਸਾਂਗੇ, ਲੋਕਾਂ ਨੂੰ ਇਹਦੇ ਬਿਨਾਂ ਸਾਈਡ ਇਫੈਕਟ ਦੇ ਰਿਜ਼ਲਟ ਦੱਸਾਂਗੇ, ਉਹਨਾਂ ਜ਼ਿਆਦਾ ਲੋਕਾਂ 'ਚ ਪ੍ਰਚਾਰ ਹੋਵੇਗਾ। ਅੱਛਾ ਵੈਦ ਜੀ, ਜਿਵੇਂ ਕਿ ਇੱਥੇ ਤੇ ਲੋਕਾਂ ਨੂੰ ਪਤਾ ਹੈ ਨਾ ਕਿ ਇੰਡੀਆ ਦੇ ਵਿੱਚ ਹੁਣ ਲੋਕ ਬਹੁਤ ਸਮਝਣ ਲੱਗ ਗਏ, ਵਿਦੇਸ਼ਾਂ ਦੇ ਵਿੱਚ ਵੀ ਸਮਝਣ ਲੱਗ ਗਏ, ਔਰ ਤੁਸੀਂ ਜਿਵੇਂ ਦੱਸਿਆ ਕਿ ਬਾਹਰ ਵੀ ਤੁਸੀਂ ਭੇਜਦੇ ਹੋ ਮੈਡੀਸਿਨਸ, ਤਾਂ ਬਾਹਰ ਬੈਠੇ ਜਿਹੜੇ ਜਵਾਨ ਲੋਕ ਵੀ ਨੇ ਉਹਨਾਂ ਨੂੰ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਇਦਾਂ ਦੀ ਐਕਸਟਰਾ ਡਾਈਟ ਦੀ ਜ਼ਰੂਰਤ ਹੈ, ਕਿਉਂਕਿ ਬਾਹਰ ਉਹਨਾਂ ਦਾ ਖਾਣਾ ਪੀਣਾ ਇੰਨਾ ਜ਼ਿਆਦਾ ਡਿਸਟਰਬ ਹੋ ਜਾਂਦਾ ਕਿ ਜੌਬਸ ਦੇ ਉੱਤੇ ਇੰਨੇ ਘੰਟੇ ਨੇ, ਤਾਂ ਉੱਥੇ 버ਗਰ ਖਾ ਲਿਆ ਜਾਂ ਪਿੱਜ਼ਾ ਖਾ ਲਿਆ, ਬਸ ਉਨਾ ਕੀ, ਪਰ ਉਹਨਾਂ ਨੂੰ ਪ੍ਰੋਪਰ ਡਾਈਟ ਜਿਹੜੀ ਹੈ ਨਹੀਂ ਮਿਲ ਪਾਉਂਦੀ। ਸੋ ਰੂਟੀਨ ਡਾਈਟ ਦੇ ਵਿੱਚ ਜਵਾਨ ਲੋਕ, ਚਾਹੇ ਉਹ ਇੰਡੀਆ ਦੇ ਵਿੱਚ ਨੇ ਚਾਹੇ ਬਾਹਰ ਨੇ, ਕਿਹੜੀ ਐਸੀਆਂ ਚੀਜ਼ਾਂ ਖਾ ਸਕਦੇ ਨੇ ਜਿਹੜੀਆਂ ਕਿ ਤੁਹਾਡੇ ਸੈਂਟਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਸਕਦੀਆਂ ਨੇ, ਜਿਹੜੀਆਂ ਕਿ ਉਹਨਾਂ ਦੀ ਜਿਹੜੇ ਫੂਡ ਦੇ ਵਿੱਚੋਂ ਜੋ ਉਹਨਾਂ ਨੂੰ ਨਹੀਂ ਮਿਲ ਪਾ ਰਿਹਾ, ਉਹ ਕਮੀਆਂ ਦੂਰ ਕੀਤੀਆਂ ਜਾ ਸਕਦੀਆਂ? ਦੇਖੋ, ਸਾਡੇ ਜਿਵੇਂ ਗਲੋਏ ਕੈਪਸੂਲ ਹੈ ਜੀ, ਨੈਚੁਰਲ ਇਮਿਊਨਿਟੀ ਨੂੰ ਇਨਹਾਂਸ ਕਰਦਾ ਹੈਗਾ। ਸਟ੍ਰੈਸ ਕੇਅਰ ਤੁਹਾਨੂੰ ਮੈਂ ਹੁਣੇ ਦਿਖਾਇਆ ਹੈਗਾ। ਇਹ ਉਧਰ ਜਿਹੜੇ ਆਪਣੇ ਲੋਕ ਨੇ ਨਾ ਜੀ, ਬਹੁਤ ਮਿਹਨਤ ਕਰਦੇ ਨੇ। ਆਪਾਂ ਨੂੰ ਇਹਦੇ ਬੈਠੇ ਲੱਗਦਾ ਹੈਗਾ ਵੀ ਠੀਕ ਆ, ਮੌਜਾਂ ਵੀ ਕਰਦੇ ਨੇ, ਉੱਥੇ ਡਿਸਿਪਲਿਨ, ਉੱਥੇ ਦਾ ਜਿਹੜਾ ਪ੍ਰੋਟੋਕੋਲ ਬਹੁਤ ਅੱਛਾ ਹੈ, ਲਾਈਫ ਸਟਾਈਲ ਬਹੁਤ, ਪਰ ਮਿਹਨਤ ਬਹੁਤ ਕਰਦੇ ਨੇ। ਹਰ ਵਕਤ ਉਹਨੂੰ ਜੌਬ ਦਾ ਸਟ੍ਰੈਸ ਰਹਿੰਦਾ ਹੈਗਾ। ਉਹਦੇ ਵਾਸਤੇ ਸਾਡੀ ਸਟ੍ਰੈਸ ਕੇਅਰ ਰੀਐਕਟਿਵ ਸਾਡਾ ਬਹੁਤ ਅੱਛਾ ਪਾਊਡਰ ਹੈਗਾ, ਬਾਡੀ ਦੀ ਨੈਚੁਰਲ ਇਮਿਊਨਿਟੀ ਨੂੰ ਮੇਨਟੇਨ ਰੱਖਣ ਵਾਸਤੇ। ਔਰ ਉਸ ਤੋਂ ਇਲਾਵਾ ਸਾਡੇ ਕੋਲ ਨਾ, ਜਿਵੇਂ ਹੁਣ ਹਲਦੀ ਹੈ, ਅਸੀਂ ਐਡਵਾਈਜ਼ ਕਰਦੇ ਹਾਂ ਜਿਹਨੂੰ ਐਕਨੇ ਵਗੈਰਾ ਪ੍ਰੋਬਲਮ ਹੁੰਦੀ ਹੈ, ਜਾਂ ਸਕਿਨ ਦੀ ਪ੍ਰੋਬਲਮ ਹੁੰਦੀ ਹੈ, ਲਿਵਰ ਦੀ ਪ੍ਰੋਬਲਮ, ਉਹਨਾਂ ਤੋਂ ਖਾਇਆ ਨਹੀਂ ਜਾਂਦਾ, ਹਲਦੀ ਡਾਇਰੈਕਟ ਪੀ ਨਹੀਂ ਜਾਂਦੀ, ਅਸੀਂ ਉਹਦੇ ਵਾਸਤੇ ਕਿਰਕੁਮਿਨ ਦੇ ਕੈਪਸੂਲ ਬਣਾਏ ਨੇਗੇ, ਲੈਣੇ ਵੀ ਆਸਾਨ ਨੇਗੇ। ਔਰ ਫਿਰ ਜਿਹੜਾ ਤੁਸੀਂ ਫੋਰਨ ਦੀ ਗੱਲ ਕਰ ਰਹੇ ਹੋ, ਫੋਰਨ ਦੇ ਵਿੱਚ ਤਾਂ ਤੁਸੀਂ ਇਹ ਦੇਖ ਲਓ ਵੀ ਸਾਡੇ ਇੰਨੇ ਕੁ ਜ਼ਿਆਦਾ ਪੇਸ਼ੈਂਟ ਨੇਗੇ, ਜਾਂ ਇੰਨੇ ਕੁ ਲੋਕਾਂ ਨੂੰ, ਕੋਈ ਐਸਾ ਕੰਟਰੀ ਨਹੀਂ ਹੈ ਇੱਕ ਜਰਮਨ ਨੂੰ ਛੱਡ ਕੇ ਜਿਹਦੇ ਸਾਡੀ ਮੈਡੀਸਨ ਨਹੀਂ ਜਾਂਦੀ ਹੈ। ਜੇ ਲੋਕਾਂ 'ਚ ਅਵੇਅਰਨੈਸ ਹੈ ਤਾਂ ਹੀ ਉਹ ਤੁਹਾਨੂੰ ਫੋਨ ਕਰਦੇ ਨੇ, ਤਾਂ ਹੀ ਸਾਨੂੰ ਜਿਹੜਾ ਦਵਾਈਆਂ ਮੰਗਵਾਉਂਦੇ ਨੇਗੇ। ਔਰ ਇਹ ਵੀ ਇੱਕ ਫੈਕਟ ਹੈਗਾ ਕਿ ਉਹਨਾਂ ਨੂੰ, ਚਾਹੇ ਉੱਥੇ 10 ਸਾਲ ਦੇ ਰਹਿ ਰਹੇ ਨੇ, ਉਹਨਾਂ ਦੀ ਕਾਇਆ ਵਾਸਤੇ ਜਿਹੜੀ ਪਿਓਰ ਹਰਬਲ ਮੈਡੀਸਨ ਹੈ ਨਾ, ਉਹੀ ਫਰੈਂਡਲੀ ਹੈ, ਉਹੀ ਜਲਦੀ ਅਸਰ ਕਰਦੀ ਹੈ। ਉਹਨਾਂ ਦੇ ਜਿਹੜੇ ਉਹ ਨੈਚੁਰਲ ਜਾਂ ਅਨਨੈਚੁਰਲ ਜਿਹੜੇ ਉੱਥੇ ਸਪਲੀਮੈਂਟ ਜਾਂ ਹੋਰ ਕੋਈ ਚੀਜ਼ਾਂ ਖਰੀਦ ਕੇ, ਉਹਦਾ ਉਹਨਾਂ ਬੋਡੀ 'ਤੇ ਕੋਈ ਸਾਈਡ ਇਫੈਕਟ ਜ਼ਿਆਦਾ ਹੁੰਦਾ, ਫਾਇਦਾ ਘੱਟ ਹੁੰਦਾ। ਕਿਉਂਕਿ ਇਸ ਚੀਜ਼ ਦਾ ਵੀ ਫਰਕ ਪੈਂਦਾ ਹੈ ਕਿ ਜਿੱਥੇ ਤੁਸੀਂ ਜੰਮੇ ਪਲੇ ਹੋ, ਉੱਥੇ ਦੇ ਤੁਹਾਡੇ ਜੀਨਸ ਹੁੰਦੇ ਨੇ, ਅਤੇ ਉਸ ਦੇ ਨਾਲ ਜਦੋਂ ਤੁਸੀਂ ਬਾਹਰ, ਸਪੈਸ਼ਲੀ ਜਦੋਂ ਕੈਨੇਡਾ ਦੇ ਵਿੱਚ ਲੋਕੀ ਜਾਂਦੇ ਨੇ, ਤਾਂ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਔਰ ਉੱਥੇ ਇਸ ਚੀਜ਼ ਦਾ ਜਵਾਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ। ਤਾਂ ਕਿੱਦਾਂ ਦੀਆਂ ਤੁਹਾਨੂੰ ਸ਼ਿਕਾਇਤਾਂ ਸੁਣਨ ਨੂੰ ਮਿਲਦੀਆਂ ਨੇ ਕਿ ਯੰਗਸਟਰਸ ਦੇ ਵਿੱਚ ਉੱਥੇ ਕੈਨੇਡਾ ਜਾ ਕੇ ਜ਼ਿਆਦਾ ਠੰਡ ਜਾਂ ਜ਼ਿਆਦਾ ਵਰਕਲੋਡ ਦੇ ਕਾਰਨ ਪ੍ਰੋਬਲਮਸ ਆ ਰਹੀਆਂ ਨੇ? ਹੁਣ ਦੇਖੋ, ਉਹਦੇ ਵਾਸਤੇ ਅਸੀਂ ਨਾ ਜੀ ਇਹ ਸਪੈਸ਼ਲ ਚੀਜ਼ਾਂ ਬਣਾਈਆਂ ਹੋਈਆਂ ਨੇ। ਹੁਣ ਇਹ ਮੈਨ ਪਾਵਰ ਹੈ ਜੀ, ਇਹ 'ਚ ਸ਼ਿਲਾਜੀਤ ਹੈ, ਕੇਸਰ ਹੈ, ਸਿੱਧ ਮਕਰਤਵਾਜ ਹੈ। ਇਸੇ ਲਈ ਇਹ ਉਹਨਾਂ ਵਾਸਤੇ ਖਾਸ ਤੌਰ ਤੇ ਇੱਥੇ ਵੀ ਜਿਹੜੇ ਆਪਣੇ ਹਿੱਲ ਤੇ ਬੈਠੇ ਲੋਕ ਕੰਮ ਕਰ ਰਹੇ ਨੇਗੇ, ਪ੍ਰੈਕਟਿਸ ਕਰ ਰਹੇ ਨੇਗੇ, ਇਹ ਉਹਨਾਂ ਵਾਸਤੇ ਹੈ। ਔਰ ਇਹਦਾ ਡੋਜ਼ ਉਹੀ ਸਿੰਪਲ ਰੱਖੀ ਹੈ, ਇੱਕ ਸਵੇਰੇ ਇੱਕ ਸ਼ਾਮ ਨੂੰ। ਸਿਮਿਲਰਲੀ ਸਾਡੀਆਂ ਲੇਡੀਜ਼ ਨੇਗੀਆਂ ਜੀ, ਉਹਨਾਂ ਵਾਸਤੇ ਵੂਮਨ ਪਾਵਰ ਬਣਾਈ ਹੈ। ਇਹ ਥੋੜਾ ਇਨਗਰੀਡੀਐਂਟਸ ਦਾ ਫਰਕ ਹੁੰਦਾ ਹੈ, ਇਹ 'ਚ ਕੋਈ ਇਸ ਤਰ੍ਹਾਂ ਦੇ ਇਨਗਰੀਡੀਐਂਟਸ ਨਹੀਂ ਹੈਗੇ ਕਿ ਉਹਦੇ ਜਿਹੜੇ ਲੇਡੀ ਦੇ ਨੈਚੁਰਲ ਹਾਰਮੋਨ ਨੇਗੇ ਉਹ ਕੋਈ ਡਿਸਟਰਬ ਹੋਣ। ਇਹ ਬਲਕਿ ਉਹਨਾਂ ਵਾਸਤੇ ਇੱਕ ਅੱਛੀਆਂ ਚੀਜ਼ਾਂ ਬਣਾਈਆਂ, ਇਹ ਉਹਨਾਂ ਵਾਸਤੇ ਚੀਜ਼ਾਂ, ਪਰ ਹੈ ਆਸਾਨ, ਹੈਂਡੀ ਨੇ। ਪਹਿਲਾਂ ਲੋਕਾਂ ਨੂੰ ਸ਼ਿਲਾਜੀਤ ਸੱਤਵ ਲੈਣਾ ਬੜਾ ਔਖਾ ਹੁੰਦਾ ਸੀ, ਕਿਵੇਂ ਡ੍ਰੌਪ ਕੱਢਾਂਗੇ, ਕਿਵੇਂ ਗਰਮ ਕਰਾਂਗੇ। ਅਸੀਂ ਉਹ ਸਾਰੀ ਚੀਜ਼ਾਂ ਨੂੰ ਦੇਖ ਕੇ ਹੋਏ ਇਹਨੂੰ ਇਸ ਤਰ੍ਹਾਂ ਦਾ ਬਣਾਤਾ ਹੈਗਾ। ਮੈਨ ਪਾਵਰ ਵੂਮਨ ਵੀ ਕਾਫੀ ਇਫੈਕਟਿਵ ਰੱਖੀ ਗਈ ਹੈ, ਬਹੁਤ ਅੱਛੀ ਜੀ, ਬਹੁਤ ਕੁਝ ਜ਼ਿਆਦਾ ਨਹੀਂ। ਹੁਣ ਤੁਸੀਂ ਦੇਖੋ, ਇਹ 15 ਦੀ ਜਿਹੜੀ ਮੈਡੀਸਨ ਹੈ, ਇਹ 660 ਰੁਪਏ ਦੀ ਹੈ। ਕੀ ਹੋਇਆ? ਕੁਝ ਵੀ ਨਹੀਂ ਹੈ ਜੀ। ਲੇਕਿਨ ਇਹਦੇ 'ਚ ਮਿਲ ਕੀ ਰਿਹਾ ਤੁਸੀਂ ਦੇਖੋ, ਇਹਦੇ 'ਚ ਕੋਈ ਇਸ ਤਰ੍ਹਾਂ ਦੀ ਹਾਰਮੋਨਲ ਦਵਾਈ ਨਹੀਂ ਹੈ,
ਇਹਦੀ ਕੋਈ ਇਸ ਤਰ੍ਹਾਂ ਦੀ ਦਵਾਈ ਨਹੀਂ ਹੈ ਜਿਹੜੀ ਕਿ ਲੇਡੀ ਦੇ ਕੋਈ ਅਨਵਾਂਟਡ ਹੇਅਰ ਹੋਣ ਲੱਗ ਜਾਣਗੇ ਚਿਹਰੇ ਦੇ ਉੱਪਰ, ਬਲਕਿ ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਹੈ। ਰਾਈਟ। ਸੋ ਮਤਲਬ ਹਰ ਚੀਜ਼ ਦਾ ਸੋਲੂਸ਼ਨ ਜਿਹੜਾ ਹੈਗਾ ਉਹ ਆਯੁਰਵੇਦ ਦੇ ਵਿੱਚ ਹੈ। ਔਰ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਜਦੋਂ ਤੁਸੀਂ ਵੈਬਸਾਈਟ ਦੇ ਉੱਤੇ ਜਾਓਗੇ ਤਾਂ ਉੱਥੇ ਪੂਰੀ ਡਿਟੇਲ ਮਿਲਦੀ ਹੈ ਹਰ ਇੱਕ ਡਿਜ਼ੀਜ਼ ਦੇ ਬਾਰੇ ਤੇ ਉਸ ਦੇ ਸੋਲੂਸ਼ਨ ਬਾਰੇ। ਔਰ ਚੰਗੀ ਗੱਲ ਇਹ ਹੈਗੀ ਹੈ ਕਿ ਤੁਸੀਂ ਪਹਿਲਾਂ ਉਸ ਡਿਜ਼ੀਜ਼ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਫਿਰ ਉਸ ਦਾ ਟ੍ਰੀਟਮੈਂਟ ਜਿਹੜਾ ਸ਼ੁਰੂ ਬਿਲਕੁਲ ਹੁੰਦਾ ਜੀ ਬਿਲਕੁਲ। ਸਭ ਤੋਂ ਪਹਿਲਾਂ ਸਾਡਾ ਡਾਇਗਨੋਸ ਦਾ ਤਰੀਕਾ ਹੀ ਇਹੀ ਹੈ। ਅਸੀਂ ਇਹ ਦੇਖਦੇ ਹਾਂ ਵੀ ਇਹ ਵਾਤਜ ਹੈ, ਪਿੱਤਜ ਹੈ, ਕਫਜ ਹੈ, ਇਹਦੀ ਜਿਹੜੀ ਲਾਈਫ ਸਟਾਈਲ ਉਹ ਕਿਸ ਤਰ੍ਹਾਂ ਦੀ ਹੈ। ਕਈਆਂ ਨੂੰ ਦੋ ਦੋਸ਼ਾਂ ਦਾ ਆਵਰਣ ਹੋਇਆ ਹੁੰਦਾ ਹੈਗਾ, ਉਹ ਸਾਰਾ ਅਸੀਂ ਚੈੱਕ ਕਰਦੇ ਹਾਂ, ਉਹਦੇ ਮੁਤਾਬਕ ਹੀ ਅੱਗੇ ਅਸੀਂ ਟ੍ਰੀਟ ਕਰਦੇ ਹਾਂ। ਹੁਣ ਕਈ ਵਾਰ ਹੁੰਦਾ ਜੀ ਕਿ ਠੀਕ ਹੈ ਕਿਤੇ ਜੋੜਾਂ ਦਰਦ ਹੋ ਰਿਹਾ, ਜਨਰਲ ਆਪਾਂ ਕਹਿੰਦੇ ਹਾਂ ਜੀ ਉਹ ਜਿਹੜਾ ਹੈ ਉਹ ਵਾਯੂ ਕਰਕੇ ਹੋ ਰਿਹਾ ਹੈਗਾ, ਠੀਕ ਹੈ। ਪਰ ਕਈ ਕਫਜ ਹੁੰਦੇ ਨੇਗੇ, ਆਲਸ ਮਾਰੇ ਹੁੰਦੇ ਨੇਗੇ, ਐਕਸਰਸਾਈਜ਼ ਨਹੀਂ ਕਰਦੇ, ਉਹਨਾਂ ਦਾ ਕੌਨਸਟੀਪੇਸ਼ਨ ਬੜੀ ਦੇਰ, ਇੰਡਾਈਜੈਸ਼ਨ ਬੜੀ ਦੇਰ ਤੋਂ ਹੋਇਆ ਰਹਿੰਦਾ ਹੈਗਾ, ਉਹ ਕਫ ਕਰਕੇ ਵੀ ਹੁੰਦਾ ਹੈਗਾ। ਉਹ ਡਾਇਗਨੋਸ ਹੀ ਇੱਕ ਆਯੁਰਵੇਦ ਦਾ ਸਕਿੱਲ ਹੈ ਜਾਂ ਇੱਕ ਵੈਦ ਦਾ ਸਕਿੱਲ ਹੈ। ਜਿਹੜਾ ਉਹ ਸਕਿੱਲ ਤੁਸੀਂ ਜਾਣ ਲਿਆ ਉਹ ਇੱਕ ਕੁਆਲੀਫਾਈਡ ਵੈਦ ਹੀ ਜਾਣ ਸਕਦਾ ਹੈ। ਇਸ ਕਰਕੇ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਜਿਹੜਾ ਪੜ੍ਹਿਆ ਲਿਖਿਆ ਕੁਆਲੀਫਾਈਡ ਇੰਸਟੀਟਿਊਸ਼ਨ ਕੁਆਲੀਫਾਈਡ ਵੈਦ ਹੋਏਗਾ ਉਹੀ ਇਹਨਾਂ ਚੀਜ਼ਾਂ ਨੂੰ ਜਿਹੜਾ ਡਿਫਰੈਂਸ਼ੀਏਟ ਕਰ ਸਕਦਾ ਹੈਗਾ, ਉਹ ਉਹੀ ਤੁਹਾਡੀ ਠੀਕ ਚਿਕਿਤਸਾ ਕਰ ਸਕਦਾ ਜੀ। ਆ ਜਾਓ ਇੱਥੇ ਬੈਠਦੇ ਹਾਂ ਆਪਾਂ। ਤੇ ਵੈਦ ਸਾਹਿਬ ਇੱਕ ਚੀਜ਼ ਜਿਹੜੀ ਮੈਂ ਹੁਣ ਤੁਹਾਡੇ ਤੋਂ ਜਾਣਨਾ ਚਾਹੁੰਦਾ ਉਹ ਸ਼ਾਇਦ ਕਿਉਂਕਿ ਜਦੋਂ ਸਾਡਾ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਤਾਂ ਬਹੁਤ ਸਾਰੇ ਕਾਲਰਸ ਕਾਲ ਵੀ ਕਰਦੇ ਨੇ, ਸੋ ਇਸ ਸ਼ੋਅ ਦੇ ਵਿੱਚ ਕਾਲ ਨਹੀਂ ਕਰ ਪਾ ਰਹੇ ਤਾਂ ਉਹਨਾਂ ਵੱਲੋਂ ਮੈਂ ਸਵਾਲ ਪੁੱਛਾਂਗਾ। ਹਾਂਜੀ ਹਾਂਜੀ। ਸੋ ਅਸੀਂ ਇਹ ਚੀਜ਼ ਆਮ ਤੌਰ ਦੇ ਉੱਤੇ ਸੁਣਦੇ ਹਾਂ ਕਿ ਇੱਕ ਜਿਹੜੀ ਜਵਾਨ ਉਮਰ ਹੁੰਦੀ ਹੈ ਉਹਦੇ ਵਿੱਚ ਪਤਾ ਨਹੀਂ ਚੱਲਦਾ, ਅਸੀਂ ਚਾਹੇ ਬੇਟਾਈਮਾ ਖਾ ਲਈਏ, ਬੇਟਾਈਮਾ ਸੋ ਲਈਏ, ਆਪਣੇ ਆਪ ਨੂੰ ਜ਼ਿਆਦਾ ਵਰਕਲੋਡ ਦੇ ਵਿੱਚ ਪਾ ਲਈਏ ਜਾਂ ਜ਼ਿਆਦਾ ਸਟ੍ਰੈਸ ਦੇ ਵਿੱਚ ਵੀ ਪਾ ਲਈਏ, ਸਾਨੂੰ ਸਾਡੇ ਸਰੀਰ ਦੇ ਉੱਤੇ ਉਦੋਂ ਇਨਸਟੈਂਟ ਇਫੈਕਟ ਆਉਣੇ ਸ਼ੁਰੂ ਨਹੀਂ ਹੁੰਦੇ। ਪਰ ਇੱਕ ਉਮਰ ਤੋਂ ਬਾਅਦ ਇਹਨਾਂ ਚੀਜ਼ਾਂ ਦਾ ਅਸਰ ਇੱਕਦਮ ਦਿਖਣਾ ਸ਼ੁਰੂ ਹੁੰਦਾ। ਸੋ ਇਹਦੇ ਵਿੱਚ ਕਿੰਨੀ ਸੱਚਾਈ ਹੈ ਤੇ ਜੇਕਰ ਆਮ ਜ਼ਿੰਦਗੀ ਦਾ ਹਿੱਸਾ ਅਗਰ ਕਿਸੇ ਚੀਜ਼ ਨੂੰ ਬਣਾਇਆ ਜਾਵੇ ਤਾਂ ਕਿਹੜੀਆਂ ਚੀਜ਼ਾਂ ਨੂੰ ਬਣਾ ਸਕਦੇ ਨੇ ਲੋਕੀ? ਇਹ ਤੁਸੀਂ ਕੀ ਐਡਵਾਈਸ ਕਰੋਗੇ ਜਾਂ ਕੀ ਟਿਪ ਦਿਓਗੇ ਇਹਦੇ ਲਈ? ਮੈਂ ਸਾਰਿਆਂ ਨੂੰ ਜੀ ਇਹੀ ਮੈਸੇਜ ਦੇਣਾ ਚਾਹੁੰਦਾ, ਰਿਤੂ ਦੇ ਮੁਤਾਬਕ ਜਿਵੇਂ ਜਿਵੇਂ ਨੇਚਰ ਕਰਵਟ ਲੈਂਦੀ ਹੈ ਉਹਦੇ ਮੁਤਾਬਕ, ਆਪਣੇ weight ਦੇ ਮੁਤਾਬਕ, ਆਪਣੇ ਪ੍ਰਕਿਰਤੀ ਦੇ ਮੁਤਾਬਕ ਠੀਕ ਟਾਈਮ ਤੇ ਖਾਣਾ ਲੈ ਲਓ, ਤੁਹਾਨੂੰ ਜ਼ਹਿਰ ਵੀ ਪਚੇਗੀ। ਜੀ। ਜੇ ਤੁਸੀਂ ਆਪਣੀ ਪ੍ਰਕਿਰਤੀ ਦੇ ਮੁਤਾਬਕ ਰਿਤੂ ਮੁਤਾਬਕ ਡਾਈਟ ਨਹੀਂ ਲਓਗੇ ਨਾ, ਤੁਹਾਨੂੰ ਅੰਮ੍ਰਿਤ ਵੀ ਡਾਈਜੈਸਟ ਨਹੀਂ ਹੋਏਗਾ, ਉਹ ਵੀ ਜ਼ਹਿਰ ਬਣ ਜਾਏਗਾ। ਜਿੰਨੇ ਸਾਡੇ ਭੈਣ ਭਰਾ ਜ਼ਿਆਦਾ ਲੋ ਟੈਂਪਰੇਚਰ 'ਚ ਬਹੁਤ ਸਰਦੀ 'ਚ ਰਹਿੰਦੇ ਨੇਗੇ, ਅਗਰ ਉਹ ਆਪਦਾ ਕੋਈ ਨਾ ਕੋਈ ਰਸਾਇਣ ਔਸ਼ਧੀ, ਆਯੁਰਵੇਦ ਦੇ ਵਿੱਚ ਬਹੁਤ ਰਸਾਇਣ ਔਸ਼ਧੀਆਂ ਨੇਗੀਆਂ, ਜੇ ਉਹ ਥੋੜ੍ਹਾ ਬਹੁਤ ਨਾਲ ਲੈਂਦੇ ਰਹਿਣ ਤਾਂ ਉਹਨਾਂ ਦਾ ਬੋਡੀ ਦਾ ਟੈਂਪਰੇਚਰ ਵੀ ਬੈਲੈਂਸ ਰਹੇਗਾ ਔਰ ਉਹਦਾ ਜਿਹੜਾ ਡਾਈਜੈਸ਼ਨ ਹੈ ਉਹ ਵੀ ਠੀਕ ਰਹੇਗਾ। ਜਿਸ ਬੰਦੇ ਦਾ ਡਾਈਜੈਸ਼ਨ ਸਹੀ ਹੈ, ਜਿਹਨੂੰ ਕੋਈ ਐਸਿਡਿਟੀ ਨਹੀਂ ਹੈ, ਕੌਨਸਟੀਪੇਸ਼ਨ ਨਹੀਂ ਹੈ, ਉਹਦੇ ਜਲਦੀ ਨਾਲ ਕੋਈ ਬਿਮਾਰੀਆਂ ਨੇੜੇ ਨਹੀਂ ਆ ਸਕਦੀਆਂ। ਸੋ ਮੈਂ ਇਹੀ ਕਹਾਂਗਾ ਵੀ ਥੋੜ੍ਹਾ ਬਹੁਤ ਆਯੁਰਵੇਦ ਦੀ ਜਿਹੜੀਆਂ ਰਸਾਇਣ ਔਸ਼ਧੀਆਂ ਨੇ, ਜਿਵੇਂ ਤੁਹਾਨੂੰ ਸਾਡਾ ਗਲੋਏ ਕੈਪਸੂਲ ਦੱਸਿਆ ਹੈ, ਕਿਲਕਮਿਨ ਕੈਪਸੂਲ ਦੱਸਿਆ ਹੈਗਾ, ਬ੍ਰਹਮੀ ਕੈਪਸੂਲ ਹੈ, ਸਟ੍ਰੈਸ ਵਾਸਤੇ ਬਹੁਤ ਇਫੈਕਟਿਵ ਹੈ, ਸਟ੍ਰੈਸ ਕੇਅਰ ਹੈ ਸਾਡੀ। ਜੇ ਤੁਸੀਂ ਇਹਨਾਂ ਨੂੰ ਥੋੜ੍ਹਾ ਨੋਰਮਲ ਉਸ ਰੂਟੀਨ 'ਚ ਲੈਂਦੇ ਰਹੋਗੇ ਤਾਂ ਤੁਹਾਨੂੰ ਕਦੇ ਕੋਈ ਤੁਹਾਡੇ ਪ੍ਰੋਬਲਮ ਜਾਂ ਤੁਹਾਡੇ ਕੋਈ ਏਲਮੈਂਟ ਨੇੜੇ ਨਹੀਂ ਆਏਗਾ। ਸੋ ਬਾਹਰ ਬੈਠੇ ਦਰਸ਼ਕ ਸਾਡੇ ਕਿਸ ਤਰੀਕੇ ਦੇ ਨਾਲ ਤੁਹਾਡੇ ਤੋਂ ਆਰਡਰ ਕਰਕੇ ਦਵਾਈਆਂ ਮੰਗਵਾ ਸਕਦੇ ਆ, ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਜ਼ਿਆਦਾ ਕਾਸਟ ਵੀ ਨਹੀਂ ਹੈਗੀ ਉਹਨਾਂ ਦੀ, ਔਰ ਕਿਸ ਤਰੀਕੇ ਨਾਲ ਇੱਥੋਂ ਸ਼ਿਪ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਕੋਲ ਸੇਫਲੀ ਪਹੁੰਚਦਾ ਹੈ, ਉਸ ਦੇ ਬਾਰੇ ਵੀ ਥੋੜ੍ਹਾ ਜਿਹਾ ਦਰਸ਼ਕਾਂ ਨੂੰ। ਬਹੁਤ ਤੁਸੀਂ ਠੀਕ ਪੁੱਛਿਆ ਹੈਗਾ, ਬਹੁਤ ਲੋਕਾਂ ਦੀ ਕਿਉਰਿਓਸਿਟੀ ਹੁੰਦੀ ਹੈ। ਅੱਜ ਕੱਲ੍ਹ ਨਾ ਜੀ ਬੜਾ ਸਿੰਪਲ ਹੋ ਗਿਆ। ਦੇਖੋ ਅੱਜ ਤੋਂ 3-4 ਸਾਲ ਪਹਿਲਾਂ ਅਸੀਂ ਉਹਦਾ ਪਾਸਪੋਰਟ ਦੀ ਕਾਪੀ ਮੰਗਵਾਉਂਦੇ ਸੀ, ਹੋਰ ਬੜੀਆਂ ਫਾਰਮੈਲਿਟੀ ਸੀ। ਅੱਜ ਜਿਹਨੇ ਮੈਡੀਸਨ ਮੰਗਵਾਉਣੀ ਆ ਸਾਨੂੰ ਗੱਲ ਕਰਦਾ ਸੀ, ਉਹਨੂੰ ਕਹਿੰਦੇ ਆ WhatsApp ਦੇ ਉੱਪਰ ਤੁਸੀਂ ਆਪਣਾ ਐਡਰੈਸ ਇੱਕ ਈਮੇਲ ਭੇਜ ਦਿਓ। ਈਮੇਲ ਵੀ ਇਸ ਲਈ ਜ਼ਰੂਰੀ ਹੁੰਦੀ ਹੈ ਕਿ ਕੋਈ ਕੋਰੀਅਰ ਸਰਵਿਸ ਵਾਲਾ ਨੇ ਕੋਈ ਇੰਟੀਮੇਟ ਕਰਨਾ ਹੈਗਾ ਜਾਂ ਉਹਨਾਂ ਦਾ ਕੋਈ ਮੈਸੇਜ ਲੈਣਾ, ਉਹ ਈਮੇਲ ਕਰ ਦਿੰਦੇ ਨੇ। ਔਰ ਉਹ ਜੋ ਸਾਨੂੰ ਪੇਸ਼ੈਂਟ ਭੇਜਦਾ ਹੈਗਾ ਤਾਂ ਉਹਨਾਂ ਨੂੰ ਅਸੀਂ ਜਿਹੜਾ ਹੈ ਉਸ ਐਡਰੈਸ 'ਤੇ ਇੱਥੋਂ DHL ਰਾਹੀਂ, ਕਈ ਕੰਪਨੀਆਂ ਨੇ ਸਾਡਾ ਟਾਈ ਅਪ DHL ਨਾਲ ਆ, ਕਿਉਂਕਿ DHL ਦੀ ਸਰਵਿਸ ਸਾਨੂੰ ਚੰਗੀ ਲੱਗ ਰਹੀ ਹੈ, ਤਾਂ ਉਹਨਾਂ ਨੂੰ ਮੇਰੇ ਖਿਆਲ ਹੈ ਵੀ USA ਵਿੱਚ 4 ਦਿਨ ਦੇ ਵਿੱਚ, ਲੰਡਨ 'ਚ 3 ਦਿਨ ਦੇ ਵਿੱਚ ਮੈਡੀਸਨ ਆਰਾਮ ਨਾਲ ਪਹੁੰਚ ਜਾਂਦੀ ਹੈ। ਪਰ ਅਸੀਂ ਆਪਦਾ ਅਕਾਊਂਟ ਨੰਬਰ ਪੇਸ਼ੈਂਟ ਨੂੰ ਭੇਜ ਦਿੰਦੇ ਹਾਂ, ਸਾਡੇ ਅਕਾਊਂਟ 'ਚ ਪੈਸੇ ਪਾ ਦਿੰਦੇ ਨੇ, ਕਿਉਂਕਿ ਅਸੀਂ ਹਰੇਕ ਕੰਮ ਜਿਹੜਾ ਇੱਕ ਨੰਬਰ 'ਚ ਰੱਖਿਆ ਹੋਇਆ। ਅਸੀਂ ਟੈਕਸ ਪੇਈ ਹਾਂ, GST ਭਰਦੇ ਹਾਂ, ਹਰੇਕ ਚੀਜ਼ ਦਾ ਜਿੰਨੀ ਤੁਸੀਂ ਮੈਡੀਸਨ ਦੇਖ ਰਹੇ ਸੀ ਇਹਨਾਂ ਸਭ ਦਾ GST ਭਰਦੇ ਹਾਂ, ਔਰ ਅਸੀਂ ਗਵਰਨਮੈਂਟ ਤੋਂ ਸਾਰੇ ਲਾਇਸੈਂਸ ਲਏ ਹੋਏ ਨੇ। ਤਾਂ ਹਰੇਕ ਚੀਜ਼ ਟਰਾਂਸਪੇਰੈਂਟ ਹੈ, ਕੋਈ ਘਬਰਾਉਣ ਦੀ ਲੋੜ ਨਹੀਂ ਵੀ ਪਤਾ ਨਹੀਂ ਸੀ ਜੋ ਇੰਡੀਆ ਆਵਾਂਗੇ ਫਿਰ ਇਲਾਜ ਕਰਾਵਾਂਗੇ। ਤੁਸੀਂ ਜਿੱਥੇ ਹੀ ਬੈਠੇ ਹੋ, ਮੇਰਾ ਨੰਬਰ ਹਮੇਸ਼ਾ ਤੁਹਾਡੇ ਕੋਲ ਹੈਗਾ, ਤੁਸੀਂ ਚਲਾਓਗੇ ਸਕਰੀਨ ਦੇ ਉੱਤੇ ਵੀ ਫਲੈਸ਼ ਹੋ ਰਿਹਾ। ਹਾਂਜੀ ਹਾਂਜੀ, ਅਤੇ ਤੁਸੀਂ ਉਹਦੇ ਮੈਨੂੰ ਫੋਨ ਕਰੋ ਅਤੇ ਤੁਸੀਂ ਆਪਦਾ ਐਡਰੈਸ ਭੇਜੋ, ਮੈਂ ਤੁਹਾਨੂੰ ਗੱਲ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਤੁਹਾਡੀ ਪ੍ਰੋਬਲਮ ਹੋਏਗੀ ਨਾ, ਮੈਂ ਤੁਹਾਨੂੰ ਉਹਦਾ ਲਿੰਕ ਭੇਜਾਂਗਾ, ਤੁਸੀਂ ਉਹਨੂੰ ਪੜ੍ਹੋ, ਸਟੱਡੀ ਕਰੋ, ਇਸ ਨੂੰ ਕੀ ਦੇ ਰਹਾਂਗੇ, ਕੀ ਖਾ ਰਹੇ ਹੋ, ਕੀ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ,
ਤੇ ਜੇ ਤੁਹਾਨੂੰ ਸੈਟੀਸਫੈਕਸ਼ਨ ਹੋਏਗੀ ਤੁਹਾਨੂੰ ਮੈਡੀਸਨ 4 ਦਿਨ 'ਚ ਪਹੁੰਚ ਜਾਏਗੀ। ਕੀ ਬਾਤ ਹੈ। ਔਰ ਇਦਾਂ ਤੁਸੀਂ ਈਜ਼ੀਲੀ ਬਾਹਰ ਬੈਠੇ ਹੀ ਜਿਹੜਾ ਆਪਣਾ ਇੱਕ ਸਹੀ ਟ੍ਰੀਟਮੈਂਟ ਲੈ ਸਕਦੇ ਹੋ ਔਰ ਜਿਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈਗਾ, ਹੈ ਨਾ, ਔਰ ਨੈਚੁਰਲ ਤਰੀਕੇ ਦੇ ਨਾਲ। ਤੇ ਇਸ ਤਰੀਕੇ ਨਾਲ ਹੈਲਦੀ ਲਾਈਫ ਜੀਣਾ ਜਿਹੜਾ ਹੈਗਾ, ਹੈਲਦੀ ਲਾਈਫ ਸਟਾਈਲ ਚੂਜ਼ ਕਰਨਾ, ਮੇਰੇ ਖਿਆਲ ਨਾਲ ਇਹ ਸਾਡਾ ਹੱਕ ਬਣਦਾ ਜੀ। ਮੈਂ ਉਹੀ ਕਹਿ ਰਿਹਾ ਨਾ ਜੀ ਕਿ ਥੋੜ੍ਹਾ ਜਿਹਾ ਨਜ਼ਰੀਆ ਚੇਂਜ ਕਰਨ ਦੀ ਲੋੜ ਹੈ। ਅਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਾਂ ਕੋਈ ਆਰਟੀਫਿਸ਼ਲ ਚੀਜ਼ਾਂ ਦੇ ਉੱਪਰ ਜ਼ਿਆਦਾ ਪੈਸੇ ਖਰਾਬ ਕਰ ਦਿੰਦੇ ਆ। ਕਈ ਵਾਰ ਉਹ ਚੀਜ਼ਾਂ ਠੀਕ ਨਹੀਂ ਨਿਕਲਦੀਆਂ ਹੈਗੀਆਂ, ਲੇਕਿਨ ਜੇ ਅਸੀਂ ਸਿਹਤ ਨੂੰ ਥੋੜ੍ਹਾ ਜਿਹਾ ਵੀ ਧਿਆਨ ਦੇ ਦਈਏ, ਥੋੜ੍ਹਾ ਜਿਹਾ ਕਿ ਮੈਂ ਕਹਿੰਦਾ ਅਸੀਂ ਕਹਿੰਦੇ 10% ਵੀ ਧਿਆਨ ਦੇ ਦਈਏ, ਠੀਕ ਟਾਈਮ ਤੇ ਉੱਠੀਏ, ਠੀਕ ਟਾਈਮ ਤੇ ਖਾਈਏ ਪੀਏ, ਪੜ੍ਹੀਏ, ਜੌਬ ਜਾਈਏ, ਆਪਦਾ ਕੰਮ ਕਰੀਏ, ਤਾਂ ਅਸੀਂ ਕਦੇ ਬਿਮਾਰ ਨਹੀਂ ਹੋ ਸਕਦੇ। ਨੇਚਰ ਤੇ ਸਾਡਾ ਸਿਸਟਮ ਹੈ। ਦੇਖੋ ਇੱਕ ਗੱਲ ਬੜੀ ਕਲੀਅਰ ਹੈ, ਸਾਡੀ ਬਾਡੀ 'ਚ ਕੁਝ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਜ਼ੁਕਾਮ ਖਾਂਸੀ ਛੱਡੋ, ਕੋਈ ਕੈਂਸਰ ਵੀ, ਟਿਊਬਰਕਲੋਸਿਸ ਵੀ ਕ੍ਰੀਏਟ ਹੁੰਦਾ ਨਾ, ਤਾਂ ਸਾਡੀਆਂ ਐਂਟੀਬਾਡੀਜ਼ ਉੱਥੇ ਰਸ਼ ਕਰਦੀਆਂ ਨੇ ਉਹਨੂੰ ਡਿਜ਼ੋਲਵ ਕਰਨ ਲਈ ਜਾਂ ਉਹ ਤੋਂ ਬਾਡੀ ਨੂੰ ਪ੍ਰੋਟੈਕਟ ਕਰਨ ਵਾਸਤੇ। ਦੇਖੋ ਨੇਚਰ ਨੇ ਕਿੰਨੀ ਵਧੀਆ ਚੀਜ਼ ਬਣਾਈ ਹੈ, ਕਿੰਨੀ ਅੱਛੀ ਕਾਇਆ ਬਣਾਈ ਹੈ। ਜੇ ਉੱਥੇ ਤੁਹਾਡੀਆਂ ਐਂਟੀਬਾਡੀ ਨਹੀਂ ਪਹੁੰਚ ਰਹੀਆਂ, ਸਲੋ ਪਹੁੰਚ ਰਹੀਆਂ ਨੇ, ਸਲੋ ਠੀਕ ਹੋ ਰਿਹਾ, ਇਟ ਮੀਨ ਤੁਹਾਡੀ ਇਮਿਊਨਿਟੀ ਲੋ ਹੈ। ਔਰ ਇਮਿਊਨਿਟੀ ਨੂੰ ਐਨਹਾਂਸ ਕਰਨ ਵਾਸਤੇ ਜੋ ਮੇਰਾ ਐਕਸਪੀਰੀਅੰਸ ਹੈ ਜਾਂ ਜੋ ਮੈਂ ਦੇਖ ਰਿਹਾ, ਜੋ ਮੈਂ ਐਨਵਾਇਰਨਮੈਂਟ ਦੇਖ ਰਿਹਾ, ਆਯੁਰਵੇਦ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਆਪਾਂ ਐਵੇਂ ਕੁਝ ਵੀ ਸਪਲੀਮੈਂਟ ਸੋਚੀ ਜਾਈਏ, ਕੋਈ ਹੋਰ ਆਰਟੀਫਿਸ਼ਲ, ਉਹ ਇੰਨੇ ਇਫੈਕਟਿਵ ਨਹੀਂ ਜਿੰਨਾ ਕਿ ਆਯੁਰਵੇਦ ਇਫੈਕਟਿਵ ਹੈ। ਅੱਛਾ, ਮੈਂ ਆਖਰੀ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਯੰਗਸਟਰਸ ਨੂੰ ਨਾ ਅੱਜ ਕੱਲ੍ਹ ਜਿਵੇਂ ਫਿਟਨੈਸ ਦੀ ਗੱਲ ਹੁੰਦੀ ਹੈ, ਪਹਿਲਾਂ ਤੇ ਗੱਲ ਸੀਗੀ ਸਿਰਫ ਹੈਲਦੀ ਰਹਿਣ ਦੀ, ਹੁਣ ਫਿਟਨੈਸ ਫਰੀਕ ਵੀ ਹੋ ਗਏ, ਹੈ ਨਾ। ਲੜਕਿਆਂ ਨੂੰ ਹੁੰਦਾ ਕਿ ਅਸੀਂ ਮਸਕੂਲਰ ਬਾਡੀ ਬਣਾਈਏ, ਜਿਮ ਦੇ ਵਿੱਚ ਜਾਂਦੇ ਨੇ ਔਰ ਉੱਥੇ ਜਾ ਕੇ ਉਹ ਐਸੇ ਸਪਲੀਮੈਂਟਸ ਜਾਂ ਸਟੀਰੋਇਡਸ ਵਗੈਰਾ ਇਹ ਲੈਣਾ ਸ਼ੁਰੂ ਕਰ ਦਿੰਦੇ ਕਿਉਂਕਿ ਉਹਨਾਂ ਨੂੰ ਇਨਸਟੈਂਟ ਰਿਜ਼ਲਟ ਚਾਹੀਦਾ। ਪੇਸ਼ੈਂਸ ਵੀ ਘੱਟ ਨੇ ਨਾ, ਤਾਂ ਇਨਸਟੈਂਟ ਰਿਜ਼ਲਟ ਦੇ ਚੱਕਰ ਦੇ ਵਿੱਚ ਆਯੁਰਵੇਦ ਇੱਦਾਂ ਦੀਆਂ ਕਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਦਾ ਹੈ ਜਿਹਦੇ ਨਾਲ ਕਿ ਉਹਨਾਂ ਨੂੰ ਇਹਨਾਂ ਸਪਲੀਮੈਂਟਸ ਵੱਲ ਨਾ ਜਾਣਾ ਪਵੇ ਜਾਂ ਸਟੀਰੋਇਡਸ ਵੱਲ ਨਾ ਜਾਣਾ ਪਵੇ, ਨੈਚੁਰਲ ਤਰੀਕੇ ਦੇ ਨਾਲ ਉਹ ਆਪਣੀ ਬਾਡੀ ਨੂੰ ਬਣਾ ਸਕਦੇ। ਇੱਕ ਗੱਲ ਬੜੀ ਕਲੀਅਰ ਹੈ ਵੀ ਜਿੰਨੇ ਸਟੀਰੋਇਡਸ ਨੇ ਸਾਡੇ ਬਾਡੀ ਦੇ ਅੰਦਰ ਪ੍ਰੋਡਿਊਸ ਹੁੰਦੇ ਨੇ। ਅਸੀਂ ਜਦੋਂ ਕੋਈ ਚੀਜ਼ ਬਾਹਰੋਂ ਲੈਣੀ ਸ਼ੁਰੂ ਕਰਦੇ ਹਾਂ, ਆਰਟੀਫਿਸ਼ੀਅਲ ਕੋਈ ਚੀਜ਼ ਲੈਂਦੇ ਹਾਂ, ਤਾਂ ਸਾਡੀ ਜਿਹੜੀ ਅੰਦਰ ਨੈਚੁਰਲ ਜਿਹੜੀ ਸਾਡੀ ਪ੍ਰੋਡਕਸ਼ਨ ਹੈ ਉਹ ਅਫੈਕਟ ਹੁੰਦੀ ਹੈ। ਜਦੋਂ ਅਸੀਂ ਇੰਸਟੈਂਟਲੀ ਕੋਈ ਚੀਜ਼ ਨੂੰ ਠੀਕ ਕਰਨ ਵਾਸਤੇ, ਬਾਡੀ ਬਣਾਉਣ ਵਾਸਤੇ ਆਰਟੀਫਿਸ਼ੀਅਲ ਸਪਲੀਮੈਂਟ ਲੈਂਦੇ ਆ, ਸਾਡਾ ਉਸ ਵੇਲੇ ਸਾਨੂੰ ਸ਼ਾਇਦ ਲੱਗਦਾ ਹੋਵੇਗਾ, ਲੇਕਿਨ ਸਾਡੀ ਬਾਡੀ ਦਾ ਬਹੁਤ ਸਾਈਡ ਇਫੈਕਟ ਹੁੰਦਾ ਹੈ। ਆਯੁਰਵੇਦ ਵਿੱਚ ਜਿਹੜਾ ਮੈਂ ਹੁਣ ਰੀਐਕਟਿਵ ਕਿਹਾ ਸੀ ਤੁਹਾਨੂੰ ਜੀ, ਜਾਂ ਸਾਡੇ ਜਿੰਨੇ ਕੈਪਸੂਲ ਵੀ ਨੇ, ਮੈਨ ਪਾਵਰ, ਇਹ ਸਾਡੇ ਨੈਚੁਰਲ ਸਪਲੀਮੈਂਟ ਨੇ, ਲੈਣੇ ਵੀ ਆਸਾਨ ਨੇ, ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਜਿਹੜੀ ਗੱਲ ਕਹਿੰਦੇ ਕਿ ਦੇਖੋ ਜੀ ਉਹਨਾਂ ਦਾ ਇੱਕਦਮ ਰਿਜ਼ਲਟ ਦਿਖਦਾ ਹੈਗਾ, ਮੈਂ ਤੁਹਾਨੂੰ ਐਂਟਾਸਿਡ ਦਿਖਾਇਆ ਸੀਗਾ, ਸ਼ੀਤਾਰਾ ਜਾਂ ਸਾਡਾ ਐਲੋਵੀਰਾ ਸਨਸਕਰੀਨ ਹੈ ਜਾਂ ਸਾਡੀ ਇਹ ਟੀ ਹੈਗੀ, ਇਹਨਾਂ ਦੇ ਇੰਸਟੈਂਟ ਰਿਜ਼ਲਟ ਮਿਲਦੇ ਨੇ। ਤੁਹਾਨੂੰ ਕੋਈ ਹੋਰ ਜ਼ਿਆਦਾ, ਮੈਂ ਹੁਣ ਤੁਹਾਨੂੰ ਦੱਸੋ ਕੰਠਸਾਰ ਪੱਟੀ ਦਿੱਤੀ ਸੀ ਚੂਸਣ ਵਾਸਤੇ, ਥੋੜਾ ਕਿੰਨੇ ਦਿਨ ਦਾ ਗਲਾ ਖਰਾਬ, ਗਲਾ ਠੀਕ ਹੋ ਗਿਆ ਮੇਰਾ, ਤੁਹਾਡਾ ਗਲਾ ਠੀਕ ਹੋ ਗਿਆ ਨਾ। ਸੋ ਇਹ ਇੰਸਟੈਂਟਲੀ ਰਿਜ਼ਲਟ ਵੀ ਮਿਲਦੇ ਨੇ ਔਰ ਇੰਸਟੈਂਟਲੀ ਫਾਇਦਾ ਵੀ ਹੁੰਦਾ ਹੈਗਾ। ਇਹ ਬੜੇ ਮਿੱਥ ਨੇ, ਮੈਂ ਕਹਾਂਗਾ ਕਿ ਇਹ ਉਹ ਪ੍ਰਚਾਰ ਕਰਦੇ ਨੇ ਜਿਹੜੇ ਕਿ ਸਪੈਥੀ ਨੂੰ ਜ਼ਿਆਦਾ ਉੱਪਰ ਨਹੀਂ ਦੇਣਾ ਚਾਹੁੰਦੇ। ਪਰ ਮੈਂ ਥੈਂਕਫੁਲ ਹਾਂ ਸੈਂਟਰ ਸਰਕਾਰ ਦਾ ਵੀ, ਆਯੂਸ਼ ਡਿਪਾਰਟਮੈਂਟ ਦਾ ਵੀ। ਮੈਨੂੰ ਕੱਲ੍ਹ ਬਜਟ ਦੇਖ ਕੇ ਵੀ ਖੁਸ਼ੀ ਹੋਈ ਕਿ ਅੱਗੇ ਨਾਲੋਂ ਸਾਡੀ ਸਰਕਾਰ ਨੇ ਬਜਟ ਜਿਹੜਾ ਹੈ ਆਯੁਰਵੇਦ ਨੂੰ, ਆਯੂਸ਼ ਨੂੰ ਜ਼ਿਆਦਾ ਦਿੱਤਾ ਹੈਗਾ ਔਰ ਸਰਕਾਰ ਵੀ, ਸਾਡਾ ਡਿਪਾਰਟਮੈਂਟ ਵੀ ਬਹੁਤ ਅੱਛਾ ਕੰਮ ਕਰ ਰਿਹਾ ਹੈ। ਸੋ ਬਹੁਤ ਧੰਨਵਾਦ ਔਰ ਬੜਾ ਅੱਛਾ ਲੱਗਿਆ ਕਿ ਤੁਸੀਂ ਯੂਥ ਦੇ ਨੇੜੇ ਆ ਕੇ ਉਹਨਾਂ ਨੂੰ ਇਸ ਦੀ ਜਾਣਕਾਰੀ ਦੇ ਰਹੇ ਹੋ। ਔਰ ਜਿੰਨਾ ਜ਼ਿਆਦਾ ਕਹਿੰਦੇ ਨਾ ਕਿ ਅਸੀਂ ਜਿੰਨਾ ਅੱਖੋਂ ਓਲੇ ਕਿਸੇ ਚੀਜ਼ ਨੂੰ ਕਰ ਦਿੰਦੇ ਹਾਂ ਅਸੀਂ ਭੁੱਲ ਜਾਂਦੇ ਹਾਂ, ਅਤੇ ਜਿੰਨਾ ਅਸੀਂ ਬਾਰ-ਬਾਰ ਦੇਖਦੇ ਹਾਂ ਤਾਂ ਉਹ ਸਾਨੂੰ ਯਾਦ ਰਹਿੰਦਾ। ਔਰ ਜ਼ਰੂਰੀ ਇਹ ਵੀ ਹੋ ਗਿਆ ਕਿ ਅਸੀਂ ਯੂਥ ਨੂੰ ਦਿਖਾਈਏ, ਸਮਝ ਆਵੇ ਉਹਨਾਂ ਨੂੰ ਕਿ ਆਯੁਰਵੇਦ ਕੀ ਚੀਜ਼ ਹੈ ਉਹਨਾਂ ਨੂੰ। ਔਰ ਇਹ ਇਨੀਸ਼ੀਏਟਿਵ ਤੁਹਾਡਾ ਬਹੁਤ ਅੱਛਾ ਲੱਗਦਾ ਮੈਨੂੰ ਕਿ ਤੁਹਾਡੀ ਵੈਬਸਾਈਟ ਦੇ ਉੱਤੇ ਸਿਰਫ ਮੈਡੀਸਿਨਸ ਨਹੀਂ, ਉਹਨਾਂ ਦੀ ਪੂਰੀ ਡਿਜ਼ੀਜ਼ ਦੀ ਜਿਹੜੀ ਇਨਫੋਰਮੇਸ਼ਨ ਅਤੇ ਪਲੱਸ ਮੈਡੀਸਨ ਬਾਰੇ ਵੀ ਅਵੇਅਰਨੈਸ ਜਿਹੜੀ ਹੈ ਤੁਸੀਂ ਉਹ ਰੱਖੀ ਹੋਈ ਹੈ ਤਾਂ ਕਿ ਹਰ ਕੋਈ ਉਸ ਨੂੰ ਸਮਝ ਕੇ ਚੱਲੇ ਅਤੇ ਨੌਲੇਜ ਗੇਨ ਕਰੇ। ਜੀ ਬਿਲਕੁਲ ਜੀ। ਇਹ ਦੇਖੋ, ਇਹ ਅੱਜ ਕੱਲ੍ਹ ਦਾ ਟਰਾਂਸਪੇਰੈਂਸੀ ਦਾ ਜ਼ਮਾਨਾ ਹੈਗਾ। ਹੁਣ ਉਹ ਪਹਿਲਾਂ ਵਾਲੀ ਗੱਲਾਂ ਗਈਆਂ ਵੀ ਜੋ ਫਲਾਣਾ ਵੈਦ ਜੀ ਪੁੜੀਆਂ ਪਾਣੀ ਪਾ ਕੇ ਕੀ ਦੇ ਦਿੰਦਾ ਸੀ। ਸਾਡੀ ਵੈਬਸਾਈਟ 'ਤੇ ਸਾਡੇ ਹਰੇਕ ਪ੍ਰੋਡਕਟ ਦੇ ਉੱਪਰ QR ਕੋਡ ਲੱਗੇ ਹੋਏ ਨੇਗੇ, ਤੁਸੀਂ ਉਹਨੂੰ ਸਕੈਨ ਕਰਕੇ ਦੇਖ ਸਕਦੇ ਹੋਗੇ। ਸਾਡੇ ਵੈਬਸਾਈਟ 'ਤੇ ਹਰੇਕ ਪ੍ਰੋਡਕਟ ਨੂੰ ਡਿਟੇਲ 'ਚ ਪੜ੍ਹ ਸਕਦੇ ਹੋਗੇ ਔਰ ਪੜ੍ਹ ਕੇ ਸਟੱਡੀ ਕਰਕੇ ਹੀ ਤੁਸੀਂ ਉਹਨੂੰ ਮੰਗੋ, ਤਾਂ ਕਿ ਤੁਹਾਨੂੰ ਇੱਕ ਮਾਨਸਿਕ ਤੌਰ 'ਤੇ ਵੀ ਇਹ ਸੈਟਿਸਫੈਕਸ਼ਨ ਹੋਵੋ ਕਿ ਤੁਸੀਂ ਕਿਸ ਕੁਆਲਿਟੀ ਦੀ ਕੀ ਚੀਜ਼ ਖਾ ਰਹੇ ਹੋ, ਤਾਂ ਉਹਦੇ ਨਾਲ ਤੁਸੀਂ ਸਵਸਥ ਹੋ ਰਹੇ ਹੋ। ਸੋ ਬਹੁਤ ਧੰਨਵਾਦ। ਅਸੀਂ ਵੈਸੇ ਤਾਂ ਇੱਥੇ ਦੇਖੋ ਕੈਂਪ ਲੱਗਿਆ ਹੋਇਆ ਸੀ, ਪਰ ਫਿਰ ਵੀ ਵੈਦ ਜੀ ਨੇ ਥੋੜਾ ਸਮਾਂ ਸਾਨੂੰ ਵੀ ਦਿੱਤਾ ਔਰ ਸਾਡੇ ਦਰਸ਼ਕਾਂ ਨੂੰ ਵੀ ਦਿੱਤਾ ਕਿ ਇਸ ਦੇ ਬਾਰੇ ਦੱਸਿਆ ਵੀ ਜਾਵੇ ਔਰ ਮੈਡੀਸਿਨਸ ਵੀ ਇੱਥੇ ਜਿਹੜੀਆਂ ਦਿਖਾਈਆਂ ਉਹਦੇ ਲਈ ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ। ਖਾਸ ਤੌਰ 'ਤੇ ਮੈਂ ਮੈਡਮ ਦਾ ਧੰਨਵਾਦ ਕਰਾਂਗਾ ਵੀ ਅੱਜ ਇਹਨਾਂ ਨੇ ਵੀ ਟਾਈਮ ਕੱਢਿਆ
ਹਾਂਜੀ ਇਹ ਬਹੁਤ ਵੀ ਮੇਰੇ ਤੋਂ ਜ਼ਿਆਦਾ ਬਿਜੀ ਰਹਿੰਦੇ ਨੇ ਇਹ। ਥੈਂਕ ਯੂ ਮੈਮ ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਕਿ ਨੈਚੁਰਲ ਤਰੀਕੇ ਦੇ ਨਾਲ ਆਪਣੀ ਸਿਹਤ ਦਾ ਧਿਆਨ ਰੱਖੋ ਔਰ ਅਸੀਂ ਅਗਲੇ ਹਫਤੇ ਤੁਹਾਨੂੰ ਫਿਰ ਕਿਸੇ ਹੋਰ ਟੌਪਿਕ ਦੇ ਨਾਲ ਦੁਬਾਰਾ ਮਿਲਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।